ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜੁਗੋ ਜੁਗ ਅਟਲ चबर शतर तख्त के मालिक, दीन दुनिया के वाली, साहिब कमाल। धन धन श्री गुरु ग्रंथ साहिब सच्चे पातशाह जी महाराज आप जी दी पावन पवित्र छत्र छाया हेठ जुड़ बैठी गुरु स्वरूप गुरु खालसा साध संगत जी। नौवें पातशाह ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨਾਂ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਦੀ ਅਪਾਰ ਰਹਿਮਤ ਦਇਆ ਸਦਕਾ ਨੇਤਾਂ ਪ੍ਰਤ ਜੁੜ ਕਰਕੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਦਇਆ ਦੇ ਸਾਗਰ ਨਿਮਰਤਾ ਦੇ ਪੁੰਜ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਜੀਵਨ ਦੀ ਲੜੀਵਾਰ ਕਥਾ ਆਪ ਸਰਵਣ ਕਰ ਰਹੇ ਹੋ। ਕੱਲ ਦੇ ਪ੍ਰਕਰਣਾਂ ਦੇ ਵਿੱਚ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸਿੱਖਾਂ ਦੀ ਭਗਤ ਮਾਲਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਦਰਬਾਰੀ ਸਿੱਖਾਂ ਦੀ ਕਥਾ ਲਿਖੀ ਹੈ, ਜਿਨ੍ਹਾਂ ਪ੍ਰਤੀ ਮਹਾਰਾਜ ਗਰੀਬ ਨਵਾਜ ਨੇ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ। ਭਾਈ ਲਾਲੂ, ਭਾਈ ਦੁਰਗਾ, ਭਾਈ ਜਵੰਦਾ ਇਹ ਸਿੱਖ ਮਿਲ ਕੇ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਦਇਆ ਕਰੋ, ਉਪਦੇਸ਼ ਦੀ ਦਾਤ ਬਖਸ਼ੋ ਜਿਹਦੇ ਨਾਲ ਸਾਡਾ ਭਲਾ ਹੋਵੇ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਆਗਿਆ ਕੀਤੀ, ਪਰਉਪਕਾਰ ਦੇ ਸਮਾਨ ਕੋਈ ਹੋਰ ਕਰਮ ਨਹੀਂ ਹੈ। ਤੋ ਪਰਉਪਕਾਰ ਵੀ 3 ਪ੍ਰਕਾਰ ਦਾ ਹੈ। ਜੇਕਰ ਕੋਲ ਧਨ ਹੋਵੇ, ਪਦਾਰਥ ਹੋਵਣ, ਕੰਗਾਲ ਹੋਵੇ, ਦੁਖੀਆ ਹੋਵੇ, ਉਹਨੂੰ ਧਨ ਦਿੱਤਾ ਜਾਵੇ, ਉਹਦੀ ਮਦਦ ਕੀਤੀ ਜਾਏ। ਫਿਰ ਦੂਸਰਾ ਮਹਾਰਾਜ ਜੀ ਕਹਿੰਦੇ, ਜੇਕਰ ਆਪਣੇ ਪਾਸ ਸ਼ੁਭ ਬਾਣੀ ਹੈ, ਵਿਦਿਆ ਹੈ, ਜੇ ਬਚਨ ਬੋਲਣ ਨਾਲ ਕਿਸੇ ਦਾ ਭਲਾ ਹੁੰਦਾ ਤੇ ਬਚਨ ਬੋਲ ਕੇ ਦੂਜੇ ਦੇ ਕਾਜ ਸੁਧਾਰ ਦਿਓ। ਜੇ ਆਪਣੇ ਪਾਸ ਵਿਦਿਆ ਹੈ ਤੇ ਦੂਜੇ ਨੂੰ ਵਿਦਿਆ ਦੀ ਦਾਤ ਦੇ ਦਿਓ। ਵਿਦਿਆ ਵੀ ਬੜਾ ਵੱਡਾ ਧਨ ਹੈ। ਧਨ ਦਿੱਤਾ ਤਾਂ ਮੁੱਕ ਜਾਂਦਾ ਹੈ, ਪਰ ਵਿਦਿਆ ਦਿੱਤੀ ਨਹੀਂ ਮੁਕਤੀ। ਫਿਰ ਮਹਾਰਾਜ ਜੀ ਕਹਿੰਦੇ, ਤੀਸਰਾ ਕਿਸੇ ਦਾ ਬੁਰਾ ਨਹੀਂ ਚਾਹਣਾ ਅੰਦਰ, ਅਨਾਦਿਕ ਦੇਣਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਵੀ ਅਜਿਹੇ ਜਿਹੜੇ ਪਰਉਪਕਾਰ ਦੇ ਕਰਮ ਨੇ ਉਹ ਗੁਰੂ ਕੇ ਸਿੱਖੋ ਤੁਸੀਂ ਕਰਨੇ ਨੇ। ਤੋ ਇਸ ਤਰ੍ਹਾਂ ਪਰਉਪਕਾਰ ਕਰਦਿਆਂ, ਨਾਮ ਜਪਦਿਆਂ ਤੁਹਾਡਾ ਸੰਸਾਰ ਵਿੱਚ ਭਲਾ ਹੋਵੇਗਾ। ਤੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਾਈ ਜੱਗਾ ਨਾਮ ਦਾ ਸਿੱਖ ਆਇਆ। ਉਹ ਤਿੰਨਾਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਰਹਿਮਤਾਂ ਕਰਕੇ ਉਪਦੇਸ਼ ਦੀ ਦਾਤ ਬਖਸ਼ੀ ਹੈ। ਸਤਿਗੁਰਾਂ ਦਾ ਪਾਵਨ ਪਵਿੱਤਰ ਅਗਲਾ ਇਤਿਹਾਸ ਦਾ ਪ੍ਰਕਰਨ ਸਰਵਣ ਕਰੀਏ। ਸੁਰਤੀਆਂ ਬਿਰਤੀਆਂ ਸਾਹਿਬ ਜੀ ਦੇ ਪਾਵਨ ਚਰਨਾਂ ਕਵਲਾਂ ਪਾਸ ਜੋੜਨ ਵਾਸਤੇ ਸਰਬੱਤ ਗੁਰ ਸਿੱਖ ਸੰਗਤਾਂ ਪ੍ਰੇਮ ਭਾਵਨਾ ਨਾਲ ਜਪੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਜੱਗਾ ਸਤਿਗੁਰ ਕੀ ਟਿਗ ਆਇਓ। ਭਾਈ ਜੱਗਾ ਨਾਮ ਦਾ ਸਿੱਖ
ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਚੱਲ ਕੇ ਆਏ। ਕਰ ਦਰਸ਼ਨ ਕੋ ਸੀਸ ਨਿਵਾਇਓ। ਸਤਿਗੁਰਾਂ ਦੇ ਦਰਸ਼ਨ ਕੀਤੇ, ਸੁੰਦਰ ਮੂਰਤ ਵੇਖ ਕੇ ਮਹਾਰਾਜ ਜੀ ਦੀ ਚਰਣਾ ਕਬਲਾ ਤੇ ਸੀਸ ਨਵਾਇਆ ਹੈ। ਸਿੱਖ ਗੁਰ ਕੇ ਗਨ ਦੇਖੇ ਹੁਲਾਸਾ। ਪਾਤਸ਼ਾਹ ਦੇ ਦਰਬਾਰ ਵਿੱਚ ਅਨੇਕਾਂ ਗੁਰਸਿੱਖ ਬੈਠੇ ਨੇ, ਬੰਦਗੀ ਦਾ ਰਸ ਲੈਣ ਵਾਲੇ, ਬਾਣੀ ਦਾ ਰਸ ਲੈਣ ਵਾਲੇ, ਆਪਣੀ ਆਤਮਾ ਦਾ ਰਸ ਲੈਣ ਵਾਲੇ ਅਨੇਕਾਂ ਹੀ ਗੁਰੂ ਕੇ ਪਿਆਰੇ ਸਿੱਖ ਬੈਠੇ। ਉਹਨਾਂ ਸਿੱਖਾਂ ਵੱਲ ਵੇਖ ਕੇ ਭਾਈ ਜੱਗੇ ਦੇ ਮਨ ਵਿੱਚ ਵੀ ਹੁਲਾਸ ਪੈਦਾ ਹੋ ਗਿਆ। ਇਹ ਗੁਰਸਿੱਖਾਂ ਦੀ ਸੰਗਤ ਦਾ ਹੀ ਫਲ ਹੈ। ਜਿੱਥੇ ਭਗਤੀ ਕਰਨ ਵਾਲੇ ਬੈਠੇ ਹੋਵਣ, ਉਹਨਾਂ ਦੀ ਸੰਗਤ ਕਰਕੇ, ਉਹਨਾਂ ਦੇ ਦੀਦਾਰ ਕਰਕੇ ਹੀ ਹਿਰਦੇ ਵਿੱਚ ਭਗਤੀ ਦਾ ਚਾਅ ਪੈਦਾ ਹੋ ਜਾਂਦਾ ਹੈ। ਤੇ ਭਾਈ ਜੱਗੇ ਨੇ ਜਦੋਂ ਸਤਿਗੁਰਾਂ ਦੇ ਦਰਬਾਰ ਵਿੱਚ ਬੰਦਗੀ ਕਰਨ ਵਾਲੇ ਸਿੱਖਾਂ ਨੂੰ ਵੇਖਿਆ, ਉਹਨਾਂ ਵੱਲ ਵੇਖ ਕੇ ਹਿਰਦੇ ਵਿੱਚ ਭਗਤੀ ਕਰਨ ਦਾ ਚਾਅ ਪੈਦਾ ਹੋਇਆ ਹੈ। ਹੱਥ ਜੋੜ ਕਰ ਬਾਕ ਪ੍ਰਕਾਸ਼ਾ। ਦੋਨੇ ਹੱਥ ਬੰਨ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਮੈਂ ਚਾਹਤ ਆਪਣੀ ਕਲਿਆਣ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਮੈਂ ਆਪਣੀ ਕਲਿਆਣਤਾ ਚਾਹੁੰਦਾ, ਆਪਣਾ ਭਲਾ ਚਾਹੁੰਦਾ ਹਾਂ। ਮਿਲਿਓ ਏਕ ਦਿਨ ਜੋਗੀਆਨ। ਇੱਕ ਦਿਨ ਮੈਨੂੰ ਇੱਕ ਜੋਗੀ ਆ ਮਿਲਿਆ ਹੈ, ਮੈਨੂੰ ਜੋਗੀ ਦੀ ਸੰਗਤ ਪ੍ਰਾਪਤ ਹੋਈ ਹੈ। ਤਿਸ ਆਗੇ ਮੈਂ ਬਿਨੈ ਸੁਨਾਈ। ਆਪਣੇ ਭਲੇ ਵਾਸਤੇ ਉਸ ਜੋਗੀ ਦੇ ਅੱਗੇ ਮੈਂ ਬੇਨਤੀ ਕੀਤੀ ਹੈ। ਤਬ ਐਸੇ ਪਾਖਿਓ ਮੁਝ ਤਾਈ। ਉਸ ਜੋਗੀ ਨੇ ਫਿਰ ਮੇਰੇ ਪ੍ਰਤੀ ਐਸਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਘਰ ਕੁਟੰਬ ਸੰਬੰਧੀ ਸਾਰੇ। ਜੋਗੀ ਕਹਿਣ ਲੱਗਾ, ਤੇਰਾ ਘਰ-ਬਾਰ, ਤੇਰਾ ਪਰਿਵਾਰ, ਜਿੰਨੇ ਵੀ ਸਾਕ ਸੰਬੰਧੀ ਹਨ, ਬੰਧਨ ਰੂਪ ਸੁਲਿਓ ਨੇ ਵਿਚਾਰੇ। ਇਹ ਸਾਰੇ ਬੰਧਨ ਰੂਪ ਹੀ ਹਨ। ਇਹਨਾਂ ਨੂੰ ਮਨ ਦੇ ਵਿੱਚ ਇਹ ਵਿਚਾਰ ਲੈ ਵੀ ਤੇਰੇ ਵਾਸਤੇ ਇਹ ਬੰਧਨ ਰੂਪ ਨੇ ਤੇ ਇਹਨਾਂ ਦਾ ਤਿਆਗ ਕਰਨਾ ਹੀ ਅਤੀ ਉੱਤਮ ਹੈ। ਤਿਆਗ ਕਰੋ ਅਬ ਬਨੋ ਫਕੀਰਾ। ਇਹਨਾਂ ਸਾਰਿਆਂ ਦਾ ਤਿਆਗ ਕਰਕੇ ਹੁਣ ਤੂੰ ਫਕੀਰ ਬਣ ਜਾ। ਪੁੰਨ ਆਵੋ ਚਲ ਹਮਰੇ ਤੀਰ। ਜਦੋਂ ਸਾਰਿਆਂ ਦਾ ਤਿਆਗ ਕਰ ਦੇਂਗਾ, ਫਕੀਰ ਬਣ ਜਾਏਗਾ, ਫਿਰ ਤੂੰ ਮੇਰੇ ਪਾਸ ਚੱਲ ਕੇ ਆਵੀਂ। ਸ਼੍ਰੀ ਹੇਤ ਲਿਓ ਮਮ ਉਪਦੇਸ਼। ਆਪਣੀ ਕਲਿਆਣਤਾ ਵਾਸਤੇ ਫਿਰ ਮੇਰੇ ਉਪਦੇਸ਼ ਦੀ ਤੂੰ ਪ੍ਰਾਪਤੀ ਕਰੀ। ਛੋਰੋ ਕਰ ਕੋ ਸਹਿਤ ਕਲੇਸ਼। ਇਹ ਜਿਹੜਾ ਘਰ ਹੈ ਨਾ, ਇਹ ਕਲੇਸ਼ ਦਾ ਹੀ ਘਰ ਹੈ। ਜਿਸ ਘਰ ਵਿੱਚ ਰਹਿੰਦੇ ਆ, ਇਹ ਕਲੇਸ਼ ਦਾ ਹੀ ਘਰ ਹੈ। ਤੇ ਘਰ ਹੀ ਛੱਡ ਦੇ, ਘਰ ਛੱਡੇਗਾ ਤੇ ਤੇਰੇ ਕਲੇਸ਼ ਵੀ ਆਪਣੇ ਆਪ ਹੀ ਛੁੱਟ ਜਾਣਗੇ। ਰਾਵਰ ਨਿਕਟ ਚਉ ਮੈਂ ਪੁੱਛਾ। ਸਤਿਗੁਰੂ ਗਰੀਬ ਨਵਾਜ, ਮੈਂ ਆਪ ਜੀ ਦੇ ਚਰਨਾਂ ਵਿੱਚ ਆਇਆ, ਕਿਉਂਕਿ ਜਿਹੜੇ ਜਗਿਆਸੂ ਹੋਵਣ, ਜਿਨ੍ਹਾਂ ਦੇ ਅੰਦਰ ਕੁਝ ਜਾਣਨ ਦੀ, ਕੁਝ ਪ੍ਰਾਪਤ ਕਰਨ ਦੀ ਲਾਲਸਾ ਹੁੰਦੀ ਹੈ, ਉਹ ਜਾ ਕੇ ਗੁਰਮੁਖਾਂ ਦੀ ਸੰਗਤ ਵਿੱਚ ਬਹਿੰਦੇ ਨੇ ਤੇ ਆਪਣੀ ਕਲਿਆਣਤਾ ਲਈ, ਆਪਣੇ ਭਲੇ ਲਈ ਪੁੱਛਦੇ ਰਹਿੰਦੇ ਨੇ। ਆਪਾਂ ਬਾਣੀ ਦੇ ਜਿਹੜੇ ਬਚਨ ਪੜ੍ਹਦੇ ਆ, ਜਿਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵਿਚਾਈ। ਜਗਿਆਸੂ ਜਨ ਜਿਹੜੇ ਹਨ, ਉਹ ਪ੍ਰਭੂ ਦੇ ਪਿਆਰਿਆਂ ਦੇ ਕੋਲ ਜਾ ਕੇ ਬਹਿੰਦੇ ਨੇ, ਜਿਨ੍ਹਾਂ ਦਾ ਮਨ ਅੰਦਰੋਂ ਜਾਗਦਾ ਹੈ, ਜਿਨ੍ਹਾਂ ਨੂੰ ਕੁਝ ਪ੍ਰਾਪਤ ਕਰਨ ਦੀ ਲਾਲਸਾ ਹੁੰਦੀ ਹੈ, ਉਹ ਜਾ ਕੇ ਪ੍ਰਭੂ ਦੇ ਪਿਆਰਿਆਂ ਕੋਲ ਬੇਨਤੀ ਕਰਦੇ ਨੇ ਵੀ ਮੈਨੂੰ ਵੀ ਉਸ ਪ੍ਰਭੂ ਦੇ ਨਾਲ, ਅਕਾਲ ਪੁਰਖ ਨਾਲ ਮੇਲ ਦਿਓ। ਭਾਈ ਜੱਗਾ ਕਹਿੰਦਾ, ਪਾਤਸ਼ਾਹ ਮੈਂ ਆਪ ਜੀ ਦੇ ਚਰਨਾਂ ਦੇ ਵਿੱਚੋਂ ਪੁੱਛਣਾ ਚਾਹੁੰਦਾ ਹਾਂ, ਕਿਮ ਹੋਏ ਸ਼੍ਰੀ ਬਨੇ ਉਰ ਸੂਛਾ। ਪਾਤਸ਼ਾਹ ਕਿਵੇਂ ਮੇਰੀ ਕਲਿਆਣਤਾ ਹੋਵੇਗੀ, ਕਿਸ ਤਰ੍ਹਾਂ ਮੇਰਾ ਹਿਰਦਾ ਪਵਿੱਤਰ ਸ਼ੁੱਧ ਹੋਵੇਗਾ। ਕਿਮ ਪ੍ਰਾਪਤ ਹੋਏ ਭਗਤ ਮਹਾਨਾ। ਜਿਹੜੀ ਭਗਤੀ ਉਹ ਬੜੀ ਮਹਾਨ ਹੈ ਅਕਾਲ ਪੁਰਖ ਦੀ, ਤੇ ਭਗਤੀ ਮੈਨੂੰ ਕੈਸੇ ਪ੍ਰਾਪਤ ਹੋਵੇਗੀ। ਜਿਸ ਤੇ ਪ੍ਰਾਪਤ ਪ੍ਰਭ ਨਿਰਬਾਨੀ। ਜਿਸ ਭਗਤੀ ਦੇ ਨਾਲ ਉਸ ਨਿਰਮਾਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮੈਨੂੰ ਪ੍ਰਾਪਤੀ ਹੋ ਜਾਵੇ। ਕਿਉਂਕਿ ਪਰਮੇਸ਼ਰੀ ਜੋ ਨਿਰਵਾਣ ਨੇ, ਬੰਧਨਾਂ ਤੋਂ ਰਹਿਤ ਨੇ, ਉਹਨਾਂ ਦੀ ਪ੍ਰਾਪਤੀ ਤੋਂ ਬਿਨਾਂ ਸੰਸਾਰ ਦੇ ਬੰਧਨ ਨਹੀਂ ਟੁੱਟਦੇ। ਤੇ ਪਾਤਸ਼ਾਹ ਤੁਸੀਂ ਰਹਿਮਤ ਕਰਕੇ ਦੱਸੋ ਕਿ ਉਸ ਪ੍ਰਭੂ ਦੀ ਮੈਨੂੰ ਕਿਵੇਂ ਪ੍ਰਾਪਤੀ ਹੋਵੇਗੀ। ਸ਼ਰਧਾ ਜਾਨ ਗੁਰੂ ਬਚ ਪਾਖਾ। ਭਾਈ ਜੱਗੇ ਦੀ ਸ਼ਰਧਾ, ਉਹਨਾਂ ਦੇ ਅੰਦਰ ਦੀ ਜਗਿਆਸਾ ਨੂੰ ਜਾਣ ਕੇ
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਫਰਮਾਨ ਕੀਤਾ ਹੈ। ਕਰ ਤਿਆਗਨ ਕੀਨੈ ਕਰ ਕਾਂਖਾ। ਗੁਰਦੇਵ ਜੀ ਕਹਿੰਦੇ ਭਾਈ ਜੱਗਾ ਆਪਣੇ ਘਰ ਨੂੰ ਛੱਡਣ ਦੀ ਇੱਛਾ ਨਾ ਮਨ ਵਿੱਚ ਰੱਖ। ਜੇ ਕਰ ਤਜੇ ਮਿਲੇ ਭਗਵਾਨ। ਜੇਕਰ ਘਰ ਛੱਡਿਆ ਭਗਵਾਨ ਦੀ ਪ੍ਰਾਪਤੀ ਹੁੰਦੀ ਹੋਵੇ। ਕਿਉਂ ਫਕੀਰ ਪੁਰ ਮੈਂ ਆਨ। ਫਿਰ ਇਹ ਜਿਹੜੇ ਫਕੀਰ ਨੇ ਇਹ ਘਰਾਂ ਦੇ ਵਿੱਚ ਨਗਰਾਂ ਵਿੱਚ ਸ਼ਹਿਰਾਂ ਵਿੱਚ ਕਿਉਂ ਫਿਰਨ? ਆਉਣਾ ਤਾਂ ਉਹਨਾਂ ਨੂੰ ਵੀ ਮੁੜ ਕੇ ਸ਼ਹਿਰਾਂ ਨਗਰਾਂ ਵਿੱਚ ਘਰਾਂ ਵਿੱਚ ਮੰਗਣ ਹੀ ਹੈ ਨਾ। ਆਉਣਾ ਤਾਂ ਉੱਥੇ ਹੀ ਪੈਂਦਾ ਉਹਨਾਂ ਨੂੰ ਅਖੀਰ। ਜੇ ਘਰ ਛੱਡ ਕੇ ਕਿਸੇ ਨੂੰ ਰੱਬ ਮਿਲਦਾ ਹੋਵੇ ਜਾਂ ਫਕੀਰੀ ਮਿਲਦੀ ਹੋਵੇ ਤੇ ਫਿਰ ਫਕੀਰਾਂ ਨੂੰ ਕੀ ਲੋੜ ਪੈ ਗਈ? ਉਹ ਨਗਰਾਂ ਵਿੱਚ ਸ਼ਹਿਰਾਂ ਵਿੱਚ ਘੁੰਮਦੇ ਫਿਰਦੇ ਹਨ। ਆਟਨ ਪਰ ਬਨਕਨ ਸੋ ਝਗਰੇ। ਜਾ ਕੇ ਦੁਕਾਨਾਂ ਉੱਪਰ ਵਪਾਰੀਆਂ ਦੇ ਨਾਲ ਪੈਸਿਆਂ ਲਈ ਝਗੜਾ ਕਰਦੇ ਨੇ। ਅਖੇ ਜੀ ਨਾ ਧਨ ਦਿਓਗੇ ਤੇ ਸ਼ਰਾਪ ਦੇ ਦਿਆਂਗੇ। ਲੋਕਾਂ ਦੇ ਘਰ ਦੇ ਵਿੱਚ ਜਾ ਜਾ ਕੇ ਉਹਨਾਂ ਨਾਲ ਝਗੜਾ ਕਰਦੇ ਨੇ। ਨਾ ਤੁਸੀਂ ਪ੍ਰਸ਼ਾਦਾ ਦਿਓਗੇ ਤੁਹਾਨੂੰ ਸ਼ਰਾਪ ਦੇ ਦਿਆਂਗੇ। ਦੂਜਿਆਂ ਨੂੰ ਭੈ ਦੇ ਹੇਠਾਂ ਲਿਆ ਕੇ ਤੇ ਜ਼ਬਰਦਸਤੀ ਕਿਸੇ ਕੋਲੋਂ ਧਨ ਲੈਣਾ ਪਦਾਰਥ ਲੈਣਾ ਇਹਨਾਂ ਦੀ ਫਿਤਰਤ ਬਣ ਗਈ ਹੈ। ਤੇ ਜੇ ਤਾਂ ਇਹੋ ਜਿਹਾ ਯੋਗੀ ਬਣਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਯੋਗ ਹੀ ਬੰਧਨ ਦਾ ਕਾਰਨ ਹੈ। ਫਿਰ ਇਹ ਯੋਗ ਭਲਾ ਥੋੜਾ ਕਰਦਾ, ਇਹ ਕਲਿਆਣਤਾ ਥੋੜਾ ਕਰਦਾ, ਯੋਗ ਹੀ ਬੰਧਨ ਬਣ ਜਾਂਦਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਜਿਹੜੇ ਲੋਕ ਦੁਕਾਨਾਂ ਦੇ ਉੱਪਰ ਜਾ ਜਾ ਕੇ ਵਪਾਰੀਆਂ ਨਾਲ ਝਗੜਾ ਕਰਦੇ ਨੇ ਧਨ ਪਿੱਛੇ ਮਾਇਆ ਪਿੱਛੇ। ਜਾ ਚਿਤ ਡੋਲਤ ਬਾਸੁਰ ਸਗਰੇ। ਤੇ ਸਾਰਾ ਦਿਨ ਮੰਗਤੇ ਬਣ ਕੇ ਲੋਕਾਂ ਦੇ ਘਰ ਘਰ ਵਿੱਚ ਜਾ ਕੇ ਮੰਗਤੇ ਬਣ ਕੇ ਮੰਗਦੇ ਹਨ। ਗੁਰਮੁਖ ਗ੍ਰਸਤ ਵਿਖੇ ਕਰ ਭਗਤ। ਇਹਨਾਂ ਦੀ ਭਗਤੀ ਤਾਂ ਫਿਰ ਕਿਤੇ ਦੂਰ ਹੀ ਰਹਿ ਗਈ ਕਿਉਂਕਿ ਬਾਣੀ ਮੰਗਤੇ ਗਏ। ਹਰ ਵਕਤ ਪੇਟ ਦੀ ਪ੍ਰਤਪਾਲਣਾ ਕਰਨ ਵਾਸਤੇ ਨਗਰਾਂ ਵਿੱਚ ਸ਼ਹਿਰਾਂ ਵਿੱਚ ਘੁੰਮਣਾ ਪੈਂਦਾ ਤੇ ਫਿਰ ਭਗਤੀ ਕਦੋਂ ਕਰਦੇ ਹੋਵਣਗੇ? ਜੇ ਘਰ ਛੱਡ ਕੇ ਜੰਗਲਾਂ ਵਿੱਚ ਰਹਿੰਦੇ ਨੇ ਆਉਣਾ ਤਾਂ ਮੁੜ ਕੇ ਨਗਰਾਂ ਵਿੱਚ ਹੀ ਪੈਂਦਾ ਨਾ। ਲੋਕਾਂ ਦੇ ਘਰ ਵਿੱਚ ਮੰਗਣ ਵਾਸਤੇ ਆਉਣਾ ਪੈਂਦਾ। ਸਵੇਰੇ ਆਉਂਦੇ ਹੋਵਣਗੇ ਫਿਰ ਦੁਪਹਿਰੇ ਵੀ ਆਉਂਦੇ ਹੋਵਣਗੇ ਫਿਰ ਸ਼ਾਮ ਨੂੰ ਵੀ ਆਉਂਦੇ ਹੋਵਣਗੇ ਤਾਂ ਮੰਗਤੇ ਬਣ ਗਏ। ਇਹ ਯੋਗੀ ਨਾ ਰਹੇ। ਇਹਨਾਂ ਵਾਸਤੇ ਯੋਗ ਵੀ ਬੰਧਨ ਬਣ ਗਿਆ ਹੈ। ਗਰੀਬਨਵਾਜ ਜੀ ਕਹਿੰਦੇ ਜਿਹੜੇ ਗੁਰਮੁਖ ਜਨ ਨੇ ਜਿਨ੍ਹਾਂ ਨੇ ਗੁਰੂ ਨੂੰ ਮੁਖ ਕਰ ਲਿਆ ਅਥਵਾ ਜਿਨ੍ਹਾਂ ਨੇ ਗੁਰੂ ਨੂੰ ਮੁਖੀ ਬਣਾ ਲਿਆ, ਆਪਣਾ ਮਨ ਗੁਰੂ ਦੀ ਵਿਚਾਰਧਾਰਾ ਦੇ ਪਿੱਛੇ ਤੁਰ ਲਿਆ ਤੇ ਗੁਰੂ ਦੀ ਰਜ਼ਾ ਵਿੱਚ ਜਿਹੜੇ ਜੀਵਨ ਲੱਗ ਪਏ, ਉਹ ਗੁਰਮੁਖ ਜਨ ਗ੍ਰਸਤ ਦੇ ਵਿੱਚ ਰਹਿ ਕੇ ਪਰਮੇਸ਼ਰ ਦੀ ਭਗਤੀ ਕਰਦੇ ਹਨ। ਪਾਏ ਮੁਕਤ ਨੈ ਜਨਮਤ ਜਗਤ। ਗੁਰਮੁਖ ਗ੍ਰਸਤ ਮਾਰਗ ਵਿੱਚ ਭਗਤੀ ਕਰਦਿਆਂ ਮੁਕਤੀ ਦੀ ਪ੍ਰਾਪਤੀ ਕਰ ਲੈਂਦੇ ਨੇ। ਨਾ ਉਹ ਕਦੇ ਜਨਮਦੇ ਨੇ ਤੇ ਨਾ ਹੀ ਉਹ ਕਦੇ ਮਰਦੇ ਹਨ। ਜਿਵੇਂ ਜਲ ਮੈਂ ਅਲੇਪ ਅਰਬਿੰਦ। ਜਿਸ ਤਰ੍ਹਾਂ ਪਾਣੀ ਦੇ ਵਿੱਚ ਕਵਲ ਦਾ ਫੁੱਲ ਨਿਰਲੇਪ ਰਹਿੰਦਾ ਹੈ। ਗੁਰਦੇਵ ਜੀ ਦਾ ਹੁਕਮ ਹੈ ਜੋ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ। ਮੁਰਗਾਬੀ ਨਾਮ ਦਾ ਪੰਛੀ ਹੁੰਦਾ ਹੈ, ਉਹਦੇ ਖੰਭ ਨਹੀਂ ਭਿੱਜਦੇ। ਕਵਲ ਦਾ ਜਿਹੜਾ ਫੁੱਲ ਹੁੰਦਾ ਉਹ ਵੀ ਪਾਣੀ ਵਿੱਚ ਰਹਿੰਦਾ ਹੈ। ਜਿਉਂ-ਜਿਉਂ ਪਾਣੀ ਉੱਪਰ ਉੱਠਦਾ ਹੈ ਤਿਉਂ-ਤਿਉਂ ਕਵਲ ਦਾ ਫੁੱਲ ਵੀ ਪਾਣੀ ਦੇ ਨਾਲ-ਨਾਲ ਉੱਪਰ ਨੂੰ ਉੱਠਦਾ ਜਾਂਦਾ ਹੈ। ਯਾਨੀ ਕਿ ਜਲ ਵਿੱਚ ਰਹਿੰਦਿਆਂ ਜਲ ਤੋਂ ਨਿਰਲੇਪ ਹੀ ਰਹਿੰਦਾ, ਉਹਦੇ ਵਿੱਚ ਲਪਾਏਮਾਨ ਨਹੀਂ ਹੁੰਦਾ। ਗੁਰਮੁਖ ਜਨ ਜਿਹੜੇ ਹਨ ਗ੍ਰਸਤ ਵਿੱਚ ਪਰਿਵਾਰ ਵਿੱਚ ਮਾਇਆ ਵਿੱਚ ਰਹਿੰਦਿਆਂ ਉਹਨਾਂ ਸਾਰਿਆਂ ਤੋਂ ਨਿਰਲੇਪ ਰਹਿੰਦੇ ਨੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਇੱਕ ਬੜਾ ਸੁੰਦਰ ਬਚਨ ਲਿਖਿਆ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਬੰਧ ਵਿੱਚ। ਕਹਿੰਦੇ ਵੇਖੋ ਕਿੰਨਾ ਵੱਡਾ ਪਰਿਵਾਰ ਸੀ ਛੇਵੇਂ ਪਾਤਸ਼ਾਹ ਜੀ ਦਾ। ਸਤਿਗੁਰੂ ਜੀ ਦੇ 3 ਆਨੰਦ ਕਾਰਜ, 5 ਸਾਹਿਬਜ਼ਾਦੇ, ਇੱਕ ਬੇਟੀ, ਫਿਰ ਅੱਗੋਂ ਵਿਆਹ ਹੋਇਆ, ਦਮਾਦ ਵੀ ਸੀ, ਫਿਰ ਅੱਗੋਂ ਪੁੱਤਰਾਂ ਦਾ ਵਿਆਹ ਹੋਇਆ, ਨੂੰਹਾਂ ਵੀ ਆਈਆਂ, ਫਿਰ ਘਰ ਵਿੱਚ ਪੋਤਰੇ ਵੀ ਆਏ। ਕਿੱਡਾ ਵੱਡਾ ਪਰਿਵਾਰ ਹੈ ਛੇਵੇਂ ਪਾਤਸ਼ਾਹ ਦਾ। ਇੰਨੇ ਵੱਡੇ ਪਰਿਵਾਰ ਵਿੱਚ ਰਹਿੰਦਿਆਂ ਵੀ ਕਵੀ ਜੀ ਕਹਿੰਦੇ ਮਹਾਰਾਜ ਛੇਵੇਂ ਪਾਤਸ਼ਾਹ ਏਦਾਂ ਉਹਨਾਂ ਵਿੱਚ ਰਹਿੰਦੇ ਨੇ ਜਿਉਂ ਕਮਲ ਰਹਿ ਵਿੱਚ ਪਾਣੀ ਹੈ। ਜਿਵੇਂ ਕਵਲ ਦਾ ਫੁੱਲ ਪਾਣੀ ਵਿੱਚ ਰਹਿੰਦਾ। ਪਰਿਵਾਰ ਵਿੱਚ ਰਹਿੰਦਿਆਂ ਸੰਸਾਰਕ ਰਿਸ਼ਤੇ ਨਿਭਾਉਂਦਿਆਂ ਵੀ ਉਹਨਾਂ ਤੋਂ ਸਾਰਿਆਂ ਤੋਂ ਨਿਰਲੇਪ ਹੋ ਕੇ ਰਹਿੰਦੇ। ਉਹਨਾਂ 'ਚ ਲਪਾਏਮਾਨ ਨਹੀਂ ਹੁੰਦੇ ਛੇਵੇਂ ਪਾਤਸ਼ਾਹ। ਕਿਉਂਕਿ ਇਤਿਹਾਸ ਸਿਧਾਂਤ ਵੀ ਹੈ ਨਾ, ਇਤਿਹਾਸ ਕੱਲਾ ਇਤਿਹਾਸ ਨਹੀਂ ਹੁੰਦਾ। ਗੁਰੂ ਸਾਹਿਬ ਦੇ ਜੀਵਨ ਦਾ ਹਰ ਇੱਕ ਪ੍ਰਕਰਨ ਜਿਹੜਾ ਉਹ ਸਿਧਾਂਤ ਨਾਲ ਵੀ ਜੁੜਿਆ ਹੋਇਆ, ਉਹ ਸਾਨੂੰ ਕੋਈ ਨਾ ਕੋਈ ਸਿੱਖਿਆ ਦਿੰਦਾ ਹੈ।
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਵੀ ਗੁਰਸਿੱਖ ਜਿਹੜੇ ਨੇ ਉਹ ਪਰਿਵਾਰ ਵਿੱਚ ਇਸ ਤਰ੍ਹਾਂ ਰਹਿੰਦੇ ਨੇ ਜੈਸੇ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੈ। ਰਾਖੇ ਊਰਦ ਧਿਆਨ ਦਨਿੰਦ, ਕਮਲ ਦਾ ਫੁੱਲ ਪਾਣੀ ਦੇ ਵਿੱਚ ਰਹਿ ਕੇ ਆਪਣਾ ਧਿਆਨ ਸੂਰਜ ਵੱਲ ਰੱਖਦਾ, ਉਹਦਾ ਮੁਖ ਜਿਹੜਾ ਸੂਰਜ ਵੱਲ ਹੁੰਦਾ। ਇੱਕ ਹੋਰ ਉਦਾਹਰਨ ਦਿਆਂ, ਆਮ ਕਰਕੇ ਜ਼ਿਮੀਂਦਾਰਾਂ ਨੂੰ ਪਤਾ ਹੋਵੇਗਾ ਵੀ ਸੂਰਜਮੁਖੀ ਇੱਕ ਫਸਲ ਹੁੰਦੀ ਹੈ। ਜਦੋਂ ਉਹ ਖਿੜਦਾ ਹੈ ਨਾ ਤੇ ਸੂਰਜ ਆਕਾਸ਼ ਵਿੱਚ ਚੜ੍ਹਦਾ ਹੈ, ਉਹ ਜਿੱਧਰ ਜਿੱਧਰ ਨੂੰ ਸੂਰਜ ਜਾਂਦਾ ਉਧਰ ਉਧਰ ਦਾ ਮੂੰਹ ਉਹਦਾ ਉਸੇ ਪਾਸੇ ਨੂੰ ਘੁੰਮੀ ਜਾਂਦਾ। ਜਦੋਂ ਸਵੇਰ ਹੋਵੇਗਾ ਉਹਦਾ ਮੂੰਹ ਚੜ੍ਹਦੇ ਵੱਲ ਹੋਵੇਗਾ, ਦੁਪਹਿਰੇ ਨੂੰ ਉੱਪਰ ਨੂੰ ਹੋ ਜਾਏਗਾ, ਤੇ ਜਦੋਂ ਫਿਰ ਸੂਰਜ ਡੁੱਬਣ ਲੱਗਦਾ ਹੈ ਉਹਦਾ ਮੂੰਹ ਉਸੇ ਪਾਸੇ ਘੁੰਮ ਜਾਂਦਾ ਹੈ। ਤੇ ਜਦੋਂ ਰਾਤ ਪੈਂਦੀ ਹੈ ਫੁੱਲ ਹੇਠਾਂ ਨੂੰ ਝੁਕ ਜਾਂਦੇ ਨੇ, ਕਿਉਂਕਿ ਉਦੋਂ ਪ੍ਰਕਾਸ਼ ਨਹੀਂ ਰਹਿੰਦਾ। ਇਸੇ ਤਰ੍ਹਾਂ ਗੁਰਮੁਖ ਜਿਹੜੇ ਨੇ ਜੈਸੇ ਸੂਰਜਮੁਖੀ ਦਾ ਫੁੱਲ ਅੱਠੇ ਪੈਰ ਧਿਆਨ ਸੂਰਜ ਵੱਲ ਰੱਖਦਾ ਹੈ, ਗੁਰਮੁਖਾਂ ਦਾ ਧਿਆਨ ਵੀ ਇਸੇ ਤਰ੍ਹਾਂ ਉੱਪਰ ਬ੍ਰਹਮ ਵਿੱਚ ਹੀ ਰਹਿੰਦਾ। ਸਰੀਰ ਪਰਿਵਾਰ ਵਿੱਚ ਸੰਸਾਰ ਵਿੱਚ, ਤੇ ਸੁਰਤ ਜਿਹੜੀ ਧਿਆਨ ਜਿਹੜਾ ਉਹ ਨਿਰੰਕਾਰ ਦੇ ਵਿੱਚ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਜੈਸੇ ਕਮਲ ਦਾ ਫੁੱਲ ਉਹ ਵੀ ਪਾਣੀ ਤੋਂ ਉੱਪਰ ਉੱਠ ਕੇ ਧਿਆਨ ਸੂਰਜ ਵਿੱਚ ਰੱਖਦਾ ਹੈ, ਇਸੇ ਤਰ੍ਹਾਂ ਗੁਰਮੁਖ ਜਨ ਵੀ ਆਪਣਾ ਧਿਆਨ ਪਰਮੇਸ਼ਰ ਵਿੱਚ ਰੱਖਦੇ ਹਨ। ਤਿਮ ਗੁਰ ਸਿੱਖ ਕਿਰਤ ਕੋ ਕਰਤੇ, ਤੈਸੇ ਗੁਰੂ ਕੇ ਸਿੱਖ ਨਿਤਾ ਪ੍ਰਤੀ ਆਪਣੀ ਕਿਰਤ ਕਰਦੇ ਹਨ। ਦੀ ਕਰ ਸਤ ਸੰਗਤ ਪੁੰਨ ਵਰਤੇ, ਸਭ ਤੋਂ ਪਹਿਲਾਂ ਆਪਣੀ ਕਿਰਤ ਕਮਾਈ ਵਿੱਚੋਂ ਸਤ ਸੰਗਤ ਨੂੰ, ਗੁਰਸਿੱਖਾਂ ਨੂੰ, ਲੋੜਵੰਦਾਂ ਨੂੰ ਭੋਜਨ ਛਕਾਉਂਦੇ ਨੇ। ਭਾਈ ਗੁਰਦਾਸ ਜੀ ਦਾ ਕਥਨ ਹੈ, ਪਹਿਲਾਂ ਗੁਰਸਿੱਖਾਂ ਦੇ ਕਰ ਪਿੱਛੋਂ ਬਚਿਆ ਆਪ ਛਕਾਵੇ। ਪਹਿਲਾਂ ਗੁਰੂ ਕੇ ਸਿੱਖਾਂ ਨੂੰ ਭੇਟ ਕਰਦਾ, ਜੋ ਕੁਝ ਹੁੰਦਾ ਹੈ ਅਰਪਣ ਕਰ ਦਿੰਦਾ ਸਿੱਖਾਂ ਨੂੰ, ਜੇਕਰ ਕੁਝ ਬਚ ਜਾਂਦਾ ਤੇ ਫਿਰ ਆਪ ਛਕ ਲੈਂਦਾ ਹੈ। ਹੋਏ ਫਕੀਰ ਜਾਚਿਤ ਜਬ ਖਾਏ, ਪਾਤਸ਼ਾਹ ਕਹਿੰਦੇ ਗ੍ਰਸਤੀ ਹੱਥੀਂ ਕਿਰਤ ਕਰਦਾ ਤੇ ਕਿਰਤ ਕਰਕੇ ਖਾਂਦਾ ਤੇ ਦੂਜਿਆਂ ਨੂੰ ਵੀ ਕੁਝ ਨਾ ਕੁਝ ਦਿੰਦਾ ਹੈ। ਪਰ ਜਿਹੜਾ ਫਕੀਰ ਬਣ ਜਾਂਦਾ ਹੈ ਉਹ ਹੱਥੀਂ ਤਾਂ ਕੁਝ ਨਹੀਂ ਨਾ ਕਰਦਾ, ਨਖੱਟੂ ਹੋ ਜਾਂਦਾ, ਨਿਕੰਮਾ ਹੋ ਜਾਂਦਾ, ਕੰਮਕਾਰ ਤੋਂ ਵੀ ਜਾਂਦਾ ਹੈ, ਤੇ ਫਿਰ ਲੋਕਾਂ ਦੇ ਘਰ ਦੇ ਵਿੱਚ ਆ ਕਰਕੇ ਮੰਗ ਮੰਗ ਕੇ ਖਾਂਦਾ ਹੈ। ਜਪ ਤਪ ਨਿਜ ਘਾਟੋ ਤਬ ਪਾਏ, ਉਦੋਂ ਫਿਰ ਉਹਦੇ ਜਪ ਤਪ ਦੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਜਾਂਦਾ। ਜਦੋਂ ਕੋਈ ਫਕੀਰ ਜਪ ਤਪ ਕਰਕੇ ਕਿਸੇ ਕੋਲੋਂ ਕੁਝ ਮੰਗ ਕੇ ਖਾਂਦਾ ਹੈ ਤੇ ਫਿਰ ਪਰਮੇਸ਼ਰ ਉਹਦੇ ਜਪ ਤਪ ਦੇ ਵਿੱਚ ਘਾਟਾ ਪਾਣਾ ਸ਼ੁਰੂ ਕਰ ਦਿੰਦਾ, ਕਿਉਂਕਿ ਉਹਦਾ ਫਲ ਗ੍ਰਸਤੀਆਂ ਨੂੰ ਦੇ ਦਿੰਦਾ ਹੈ। ਜਿਹਨੇ ਸੇਵਾ ਕੀਤੀ, ਸੇਵਾ ਕਰਕੇ ਉਹ ਫਲ ਲੈ ਗਿਆ ਨਾ, ਤੇ ਫਿਰ ਘਾਟਾ ਕਿਹਨੂੰ ਪਿਆ? ਜਿਹਨੇ ਪ੍ਰਸ਼ਾਦਾ ਮੰਗ ਕੇ ਛਕਿਆ। ਮਹਾਰਾਜ ਕਹਿੰਦੇ ਫਿਰ ਇਹੋ ਜੀ ਫਕੀਰੀ ਦਾ ਫਾਇਦਾ ਵੀ ਕੀ ਹੈ? ਗ੍ਰਸਤੀਆਂ ਦੇ ਘਰ ਦੇ ਵਿੱਚੋਂ ਮੰਗੋ, ਜਪ ਤਪ ਵੀ ਕਰੋ ਤੇ ਜਪ ਤਪ ਵਿੱਚ ਘਾਟਾ ਵੀ ਫਿਰ ਪੈਂਦਾ ਹੈ। ਸੇਵਾ ਕਰੇ ਲਹੇ ਸੋ ਤਿਸ ਤੇ, ਜਿਹੜੇ ਸੇਵਾ ਕਰਨ ਵਾਲੇ ਨੇ ਉਹ ਇਹਨਾਂ ਫਕੀਰਾਂ ਦੀ ਸੇਵਾ ਕਰਕੇ ਸੇਵਾ ਦਾ ਫਲ ਉਹਨਾਂ ਤੋਂ ਲੈ ਲੈਂਦੇ ਹਨ। ਖਾਨ ਪਾਨ ਨਿਤ ਕਰ ਤੋ ਜਿਸ ਤੇ, ਜਿਨ੍ਹਾਂ ਦੇ ਕੋਲੋਂ ਨੇਤਾ ਪ੍ਰਤੀ ਇਹ ਖਾਨ ਪਾਨ ਕਰਦੇ ਨੇ, ਪਰਮੇਸ਼ਰ ਇਹਨਾਂ ਦੇ ਜਪ ਤਪ ਵਿੱਚੋਂ ਫਲ ਕੱਢ ਕੇ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦਾ ਹੈ। ਗ੍ਰਸਤੀ ਆਪਣੋ ਪੁੰਨ ਨਾ ਦੇਤ, ਪਰ ਜਿਹੜਾ ਗ੍ਰਸਤੀ ਹੈ ਉਹ ਕਦੇ ਆਪਣੇ ਪੁੰਨ ਨਹੀਂ ਦਿੰਦਾ। ਜੇ ਜਪ ਤਪ ਕਰਦਾ ਉਹਦੇ ਜਪ ਤਪ 'ਚ ਘਾਟਾ ਨਹੀਂ ਪੈਂਦਾ, ਜੇ ਉਹ ਪੁੰਨ ਕਰਦਾ ਉਹਦੇ ਪੁੰਨ ਵਿੱਚ ਵੀ ਘਾਟਾ ਨਹੀਂ ਪੈਂਦਾ। ਸੇਵਾ ਠਾਨ ਅਪਰ ਤੇ ਲੇਤ, ਬਲਕਿ ਉਹ ਦੂਜਿਆਂ ਦੀ ਸੇਵਾ ਕਰਕੇ ਦੂਜਿਆਂ ਕੋਲੋਂ ਵੀ ਜਪ ਤਪ ਲੈ ਲੈਂਦਾ। ਆਪਣੇ ਪੁੰਨ ਆਪਣਾ ਜਪ ਤਪ ਕਿਸੇ ਨੂੰ ਦਿੰਦਾ ਨਹੀਂ, ਤੇ ਦੂਜਿਆਂ ਦੀ ਸੇਵਾ ਕਰਕੇ ਦੂਜਿਆਂ ਕੋਲੋਂ ਵੀ ਜਪ ਤਪ ਪ੍ਰਾਪਤ ਕਰ ਲੈਂਦਾ ਹੈ। ਜਥਾ ਤੇਨ ਕੋ ਘਾਸ ਖੁਲਾਵੇ, ਗੁਰਦੇਵ ਕਹਿੰਦੇ ਜਿਵੇਂ ਗਊ ਨੂੰ ਕੋਈ ਮਨੁੱਖ ਘਾਹ ਖਵਾਉਂਦਾ ਹੈ, ਤਿਸ ਕੋ ਪਲਟੇ ਪੈ ਪੁੰਨ ਪਾਵੇ, ਤੇ ਘਾਹ ਖਵਾਉਣ ਦੇ ਬਦਲੇ ਉਹਦੇ ਕੋਲੋਂ ਦੁੱਧ ਦੀ ਪ੍ਰਾਪਤੀ ਕਰ ਲੈਂਦਾ ਹੈ। ਤਿਮ ਜੱਗਾ ਲਿਓ ਸਮਝ ਵਿਸਾਲ, ਪਾਤਸ਼ਾਹ ਕਹਿੰਦੇ ਭਾਈ ਜੱਗਾ ਇਸੇ ਤਰ੍ਹਾਂ ਹੀ ਸਮਝ ਲੈ ਕਿ ਹੁਣ ਗਊ ਨੂੰ ਘਾਹ ਖਵਾਣਾ ਤੇ ਬਦਲੇ 'ਚ ਦੁੱਧ ਲੈ ਲੈਣਾ, ਅੰਮ੍ਰਿਤ ਲੈ ਲੈਣਾ ਉਹਦੇ ਕੋਲੋਂ, ਤੇ ਘਾਹ ਜਿਹੜਾ ਉਹ ਤਾਂ ਕਿਤੋਂ ਵੀ ਮਿਲ ਜਾਂਦਾ, ਉਹ ਕਿਹੜਾ ਮੁੱਲ ਖਰੀਦਣਾ ਪੈਂਦਾ। ਥੋੜੀ ਜਿਹੀ ਮਸ਼ੱਕਤ ਕਰਕੇ ਘਾਹ ਵੱਢਣਾ ਪੈਂਦਾ ਤੇ ਗਊ ਨੂੰ ਘਾਹ ਪਾ ਦਿੰਦੇ, ਉਹ ਖੁਸ਼ ਹੋ ਜਾਂਦੀ ਹੈ, ਉਹ ਦੁੱਧ ਦਿੰਦੀ ਬਦਲੇ ਦੇ ਵਿੱਚ। ਜਿਹੜੇ ਗ੍ਰਸਤੀ ਨੇ ਇਸੇ ਤਰ੍ਹਾਂ ਹੀ ਉਹ ਸੇਵਾ ਕਰਦੇ ਨੇ, ਕਿਰਤ ਕਰਦੇ ਨੇ,
ਕਿਰਤ ਕਰਕੇ ਵੰਡ ਕੇ ਛਕਦੇ ਨੇ ਤੇ ਉਹਨਾਂ ਨੂੰ ਆਪਣੇ ਪੱਲਿਓਂ ਕੁਝ ਨਹੀਂ ਦੇਣਾ ਪੈਂਦਾ। ਗਊ ਦਾ ਦੁੱਧ ਵੀ ਲੈ ਲਿਆ ਤੇ ਘਾਹ ਖਵਾ ਕੇ ਅੰਮ੍ਰਿਤ ਵੀ ਪ੍ਰਾਪਤ ਹੋ ਗਿਆ ਤੇ ਮੁਸ਼ੱਕਤ ਵੀ ਨਹੀਂ ਕਰਨੀ ਪਈ ਤੇ ਕੋਲੋਂ ਵੀ ਕੁਝ ਨਹੀਂ ਗਿਆ। ਇਸੇ ਤਰ੍ਹਾਂ ਗ੍ਰਸਤੀ ਸੇਵਾ ਕਰਕੇ ਸਾਰਾ ਕੁਝ ਪ੍ਰਾਪਤ ਕਰ ਲੈਂਦਾ ਤੇ ਉਹਨੂੰ ਪੱਲਿਓਂ ਵੀ ਕੁਝ ਨਹੀਂ ਦੇਣਾ ਪੈਂਦਾ। ਗ੍ਰਸਤ ਧਰਮ ਮੁਖ ਹੈ ਕਲੀ ਕਾਲ। ਕਲਯੁਗ ਦੇ ਸਮੇਂ ਦੇ ਵਿੱਚ ਗ੍ਰਸਤੀਆਂ ਦਾ ਜਿਹੜਾ ਧਰਮ ਹੈ, ਇਹ ਗ੍ਰਸਤ ਮਾਰਗ ਜਿਹੜਾ ਹੈ, ਇਹ ਸਭ ਤੋਂ ਸ਼੍ਰੋਮਣੀ ਹੈ। ਭਾਈ ਗੁਰਦਾਸ ਸਾਹਿਬ ਜੀ ਦਾ ਵੀ ਕਥਨ ਹੈ, ਸਰਬ ਧਰਮੈ ਗ੍ਰਸਤ ਪ੍ਰਧਾਨ ਹੈ। ਉਹ ਕਹਿੰਦੇ ਸਾਰੇ ਧਰਮਾਂ ਵਿੱਚੋਂ ਜਿਹੜਾ ਗ੍ਰਸਤ ਧਰਮ ਹੈ ਇਹ ਪ੍ਰਧਾਨ ਮੁੱਖ ਹੈ। ਮੁੱਖ ਇਸ ਵਾਸਤੇ ਹੈ ਕਿ ਸਰੀਰ ਵਿੱਚ, ਪਰਿਵਾਰ ਵਿੱਚ, ਸੰਸਾਰ ਵਿੱਚ ਰਹਿੰਦਿਆਂ ਕਿਰਤ ਕਰਦਿਆਂ ਵੀ ਪਰਮੇਸ਼ਰ ਦੀ ਭਗਤੀ ਕੀਤੀ ਜਾ ਸਕਦੀ, ਨਾਮ ਜਪਿਆ ਜਾ ਸਕਦਾ ਹੈ। ਤਨ ਤੇ ਕ੍ਰਿਤ ਕਰੋ ਸੰਤ ਸੇਵਾ। ਆਪਣੇ ਤਨ ਦੇ ਨਾਲ ਕਿਰਤ ਵਿਰਤ ਆਪਣੀ ਕਰੋ, ਫਿਰ ਹੱਥਾਂ ਦੇ ਨਾਲ ਸੰਤ ਜਨਾਂ ਦੀ, ਗੁਰਸਿੱਖਾਂ ਦੀ ਸੇਵਾ ਕਰੋ। ਮਨ ਤੇ ਭਗਤ ਕਰੋ ਹਰ ਦੇਵਾ। ਤੇ ਮਨ ਕਰਕੇ ਹਰੀ ਅਕਾਲ ਪੁਰਖ ਦੀ ਭਗਤੀ ਕਰੋ। ਤਨ ਕਰਕੇ ਵੀ ਸੇਵਾ ਕਰਨੀ ਹੈ, ਕਿਰਤ ਕਰਨੀ ਹੈ, ਮਨ ਕਰਕੇ ਭਗਤੀ ਕਰਨੀ ਹੈ। ਅਰਥਾਤ ਕਿ ਜਦੋਂ ਭਗਤੀ ਕਰਨੀ ਹੋਵੇ ਮਨ ਭਗਤੀ ਵਿੱਚ ਹੋਵੇ, ਕਥਾ ਸੁਣਨੀ ਹੈ ਮਨ ਕਥਾ ਵਿੱਚ ਹੋਵੇ, ਕੀਰਤਨ ਸੁਣਨਾ ਹੈ ਮਨ ਕੀਰਤਨ ਵਿੱਚ ਹੋਵੇ, ਤੇ ਰੂਪ ਹੋ ਜਾਣਾ। ਧਿਆਤਾ ਧਿਆਨ ਤੇ ਤ੍ਰਿਪੁੱਟੀ ਹੈ, ਤੇ ਰੂਪ ਹੋ ਕੇ ਫਿਰ ਕਲਾ ਵਰਤਦੀ ਹੈ। ਤੇ ਜੇ ਕਥਾ ਕੀਰਤਨ ਗੁਰਬਾਣੀ ਪੜ੍ਹੀ ਜਾਵੇ, ਕਥਾ ਸੁਣੀ ਜਾਵੇ, ਕੀਰਤਨ ਸੁਣਿਆ ਜਾਵੇ ਜਾਂ ਕੀਤਾ ਜਾਵੇ, ਤੇ ਜੇ ਉਹਦੇ ਵਿੱਚ ਮਨ ਹੀ ਨਹੀਂ ਤੇ ਫਿਰ ਸਾਡਾ ਕੀਤਾ ਉਹ ਕਿਵੇਂ ਲੇਖੇ ਪਵੇਗਾ? ਕੀਤਾ ਹੋਇਆ ਕਰਮ ਉਦੋਂ ਹੀ ਲੇਖੇ ਪੈਂਦਾ ਜਦੋਂ ਪੂਰਨ ਤੌਰ ਤੇ ਉਹਦੇ ਵਿੱਚ ਸਾਡਾ ਮਨ ਹੋਵੇ। ਤਨ ਕਰਕੇ ਸੰਤਾਂ ਦੀ ਸੇਵਾ ਕਰਨੀ ਤੇ ਕਿਰਤ ਕਰਨੀ ਹੈ, ਤੇ ਮਨ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਕਰਨੀ ਹੈ। ਇਸ ਤੇ ਸ਼ੀਗਰ ਲਹੇ ਕਲਿਆਣ। ਇਹਦੇ ਨਾਲ ਸ਼ੀਗਰ ਛੇਤੀ ਹੀ ਜੀਵ ਕਲਿਆਣਤਾ ਦੀ ਪ੍ਰਾਪਤੀ ਕਰ ਲੈਂਦਾ ਹੈ। ਤਜੋ ਨ ਸਦਨ ਠਾਨ ਗੁਰ ਧਿਆਨ। ਇਸ ਕਰਕੇ ਭਾਈ ਜੱਗਾ ਜੀ ਘਰ ਨਹੀਂ ਛੱਡਣਾ, ਘਰ ਦੇ ਵਿੱਚ ਬਹਿ ਕੇ ਹੀ ਸਤਿਗੁਰਾਂ ਦਾ ਧਿਆਨ ਧਾਰਨ ਕਰਕੇ ਨਾਮ ਜਪਣਾ ਹੈ। ਹਿਰਦੈ ਨਾਮ ਵਸਾਏ ਹੋ, ਘਰ ਬੈਠੇ ਗੁਰੂ ਧਿਆਏ ਹੋ। ਹਿਰਦੇ ਵਿੱਚ ਪਰਮੇਸ਼ਰ ਜੀ ਦਾ ਨਾਮ ਵਸਾ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਪਣਾ ਹੈ, ਉਹਨਾਂ ਦੀ ਆਰਾਧਨਾ ਕਰਨੀ। ਥਿਰ ਘਰ ਬੈਸੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਇਸ ਤਰ੍ਹਾਂ ਅਕਾਲ ਪੁਰਖ ਦੀ ਆਪਾਂ ਭਗਤੀ ਬੰਦਗੀ ਕਰਨੀ ਹੈ। ਸੁਨ ਕਰ ਸੀਖ ਹਿਰਦੇ ਤਿਨ ਧਾਰੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋਂ ਸਿੱਖਿਆ ਸੁਣ ਕੇ ਭਾਈ ਜੱਗਾ ਨੇ ਆਪਣੇ ਹਿਰਦੇ ਵਿੱਚ ਧਾਰਨ ਕਰ ਲਈ ਹੈ। ਕਿਰਤ ਭਗਤ ਕਰਨੀ ਸੁਖਕਾਰੀ। ਉਹਨਾਂ ਨੂੰ ਸਮਝ ਪੈ ਗਈ ਵੀ ਕਿਰਤ ਕਰਨੀ ਤੇ ਭਗਤੀ ਕਰਨੀ। ਕਿਰਤ ਤੇ ਦੂਜੀ ਕੀਰਤ, ਹੱਥਾਂ ਨਾਲ ਕਿਰਤ ਕਰਨੀ, ਕੰਮਕਾਰ ਕਰਨਾ, ਰਸਨਾ ਕਰਕੇ, ਮਨ ਕਰਕੇ ਪ੍ਰਭੂ ਦੀ ਕੀਰਤੀ ਕਰਨੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੋਦੀਖਾਨੇ ਦੇ ਵਿੱਚ ਕੀਰਤ ਵੀ ਕਰਦੇ ਨੇ ਤੇ ਕਿਰਤ ਵੀ ਕਰਦੇ ਨੇ। ਜਿਹੜੇ ਤੋਲ ਕੇ ਛਾਪੇ ਦਿੰਦੇ ਨੇ ਉਹ ਤਾਂ ਉਹਨਾਂ ਦੀ ਕਿਰਤ ਹੈ ਨਾ, ਤੇ ਜਿਹੜਾ ਕਹਿਣਾ ਵੀ ਵਾਹਿਗੁਰੂ ਤੇਰਾ ਹੈ ਤੇਰਾ ਹੈ, ਇਹ ਕੀਰਤੀ ਉਹਦੀ। ਕਿਰਤ ਦੇ ਨਾਲ ਕੀਰਤੀ ਵੀ ਚੱਲ ਰਹੀ ਹੈ। ਤੇ ਸਤਿਗੁਰੂ ਜੀ ਹੱਥੀਂ ਆਪਣੇ ਕਰਤਾਰਪੁਰ ਸਾਹਿਬ 7 ਸਾਲ ਗੁਰੂ ਨਾਨਕ ਸਾਹਿਬ ਜੀ ਨੇ ਆਪ ਖੇਤੀ ਕੀਤੀ ਤੇ ਨਾਲੇ ਸਿੱਖਾਂ ਕੋਲੋਂ ਕਰਾਈ। ਇਹ ਸਮਝਾਇਆ ਵੀ ਕਿਰਤ ਵੀ ਕਰੋ, ਨਾਮ ਵੀ ਜਪੋ ਤੇ ਵੰਡ ਕੇ ਵੀ ਛਕੋ। ਇਹਦੇ ਨਾਲ ਫਿਰ ਸੁਖੈਨ ਹੀ ਜਿਹੜੀ ਕਲਿਆਣਤਾ ਦੀ ਉਹ ਪ੍ਰਾਪਤੀ ਹੋ ਜਾਂਦੀ ਹੈ। ਮਹਾਰਾਜ ਜੀ ਇਸ ਕਰਕੇ ਕਹਿੰਦੇ ਨੇ ਵੀ ਕਿਰਤ ਭਗਤ ਕਰਨੀ ਸੁਖਕਾਰੀ। ਇੱਕ ਪਾਸੇ ਕਿਰਤ ਕਰਨੀ ਤੇ ਵਿੱਚੇ ਹੀ ਉਹਦੇ ਭਗਤੀ ਕਰੀ ਜਾਣੀ, ਇਹ ਸੁੱਖਾਂ ਦੀ ਦਾਤੀ ਹੈ। ਮਾਨ ਪਲੋ ਤਬ ਕਰ ਬੇਲਾਗਾ। ਭਾਈ ਜੱਗਾ ਜੀ ਸਤਿਗੁਰਾਂ ਦੇ ਬਚਨ ਮੰਨ ਕੇ ਕਿਰਤ ਵੀ ਕਰਨ ਲੱਗੇ ਤੇ ਪਰਮੇਸ਼ਰ ਦੀ ਭਗਤੀ ਵੀ ਕਰਨ ਲੱਗੇ ਹਨ। ਗੁਰ ਕੀ ਸੇਵ ਲਗਿਓ ਵੱਡ ਭਾਗਾ। ਵੱਡੇ ਭਾਗਾਂ ਵਾਲਾ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਲੱਗ ਗਿਆ, ਜਿਸ ਸੇਵਾ ਵਿੱਚੋਂ ਸੁਖ ਉਤਪੰਨ ਹੁੰਦੇ ਨੇ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਐਸੀ ਗੁਰੂ ਕੀ ਸੇਵਾ, ਐਸੇ ਸੁਖ ਉਹਦੇ ਵਿੱਚੋਂ ਪੈਦਾ ਹੁੰਦੇ ਨੇ
ਜਿਸ ਸੇਵਾ ਨੂੰ ਕਰਕੇ ਮੁੜ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪਦਾ। ਖਾਨੂ ਅਰ ਮਾਈਆ ਪਿਤ ਪੂਤ। ਭਾਈ ਖਾਨੂ ਜੀ ਤੇ ਭਾਈ ਮਈਆ ਜੀ ਇਹ ਦੋਨੇ ਪਿਤਾ ਪੁੱਤਰ ਹਨ। ਕੀਨੋ ਸਤਿਗੁਰ ਦਰਸ਼ਨ ਪੂਤ। ਆਪਣੀ ਕਲਿਆਣਤਾ ਵਾਸਤੇ ਦੋਨੇ ਜਾਣੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਤੇ ਗੁਰਦੇਵ ਜੀ ਦੇ ਪਵਿੱਤਰ ਦਰਸ਼ਨ ਇਹਨਾਂ ਨੇ ਪਰਸੇ ਹਨ। ਤੀਸਰ ਮਿਲ ਗੋਵਿੰਦ ਭੰਡਾਰੀ। ਤੇ ਤੀਸਰੇ ਗੁਰਸਿੱਖ ਸਨ ਭਾਈ ਗੋਬਿੰਦ ਜੋ ਜਾਤ ਕਰਕੇ ਭੰਡਾਰੀ ਸਨ। ਬਿਨੇ ਕੀਨ ਹਮ ਸ਼ਰਨ ਤੁਮਾਰੀ। ਦੋਨੇ ਹੱਥ ਜੋੜ ਕੇ ਅਰਦਾਸ ਕੀਤੀ ਗਰੀਬ ਨਵਾਜ ਅਸੀਂ ਆਪ ਜੀ ਦੀ ਸ਼ਰਨ ਚੱਲ ਕੇ ਆਏ ਹਾਂ। ਐਸੋ ਗੁਣ ਕੀ ਜੇ ਉਪਦੇਸ਼। ਸਾਡੇ ਉੱਪਰ ਰਹਿਮਤਾਂ ਕਰਕੇ ਮਹਾਰਾਜ ਐਸੇ ਗੁਣ ਦਾ ਸਾਨੂੰ ਉਪਦੇਸ਼ ਬਖਸ਼ਿਸ਼ ਕਰੋ। ਜਿਸ ਮੈਂ ਗੁਣ ਹੋਏ ਭਲੇ ਅਸ਼ੇਸ਼। ਐਸਾ ਕੋਈ ਉਪਦੇਸ਼ ਹੋਵੇ ਜਿਹਦੀ ਪ੍ਰਾਪਤੀ ਕਰਕੇ ਮਹਾਰਾਜ ਸਰਬ ਗੁਣਾਂ ਦੀ ਪ੍ਰਾਪਤੀ ਹੋ ਜਾਵੇ। ਕੋਈ ਐਸਾ ਗੁਣ ਬਖਸ਼ੋ, ਐਸਾ ਉਪਦੇਸ਼ ਦਿਓ ਜਿਸ ਇੱਕ ਦੀ ਪ੍ਰਾਪਤੀ ਨਾਲ ਸਾਰਾ ਕੁਝ ਹੀ ਸਾਨੂੰ ਪ੍ਰਾਪਤ ਹੋ ਜਾਵੇ। ਸੁਨ ਸਤਿਗੁਰ ਕਹੇ ਵਿੱਚ ਇਸ ਜਗਤ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੁਣ ਕੇ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਕਲ ਗੁਣਨ ਕੋ ਗੁਣਹਾਰ ਭਗਤ। ਗੁਰਦੇਵ ਕਹਿੰਦੇ ਇਸ ਜਗਤ ਦੇ ਵਿੱਚ ਸਾਰੇ ਗੁਣਾਂ ਦਾ ਸਰਬੋਤਮ ਗੁਣ ਹਰੀ ਦੀ ਭਗਤੀ ਹੈ। ਹਰੀ ਦੀ ਭਗਤੀ ਵਿੱਚ ਹੀ ਸਾਰੇ ਗੁਣ ਆ ਜਾਂਦੇ। ਜਿਨ੍ਹਾਂ ਨੇ ਭਗਤੀ ਕੀਤੀ ਹੈ ਉਹਨਾਂ ਨੂੰ ਸਰਬ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਭਗਤ ਕਰਤ ਸਗਰੇ ਗੁਣ ਪਾਵੇ। ਪਰਮੇਸ਼ਰ ਦੀ ਭਗਤੀ ਕਰਦਿਆਂ ਕਰਦਿਆਂ ਸਾਰੇ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਣ ਨਿਦਾਨ ਭਗਵਾਨ ਰਿਝਾਵੇ। ਕਿਉਂਕਿ ਭਗਤੀ ਕਰਨ ਵਾਲਾ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਨੂੰ ਰਿਝਾ ਲੈਂਦਾ। ਗੁਣਾਂ ਦਾ ਸਾਗਰ ਪਰਮੇਸ਼ਰ ਹੈ ਨਾ, ਗੁਣਾਂ ਦਾ ਨਿਧਾਨ ਅਕਾਲ ਪੁਰਖ ਹੈ ਤੇ ਭਗਤੀ ਕਰਨ ਵਾਲਿਆਂ ਨੇ ਉਹਨੂੰ ਹੀ ਪ੍ਰਸੰਨ ਕਰ ਲਿਆ ਜਿਹੜਾ ਗੁਣਾਂ ਦਾ ਸਾਗਰ ਹੈ। ਤੇ ਜਿਨ੍ਹਾਂ ਨੂੰ ਗੁਣਾਂ ਦੇ ਸਾਗਰ ਦੀ ਪ੍ਰਾਪਤੀ ਹੋ ਜਾਏ ਤੇ ਫਿਰ ਉਹਨਾਂ ਨੂੰ ਕਿਸੇ ਗੁਣ ਵਾਸਤੇ ਤਰਸਣਾ ਨਹੀਂ ਪੈਂਦਾ, ਕਿਉਂਕਿ ਉਹਨਾਂ ਦੇ ਹਿਰਦੇ ਦੇ ਵਿੱਚ ਗੁਣਾਂ ਦਾ ਮਾਲਕ ਅਕਾਲ ਪੁਰਖ ਆ ਕੇ ਵਸ ਜਾਂਦਾ ਹੈ। ਗੁਣ ਕਰਤਾ ਜਬਈ ਬਸ ਹੋਏ। ਕਵੀ ਜੀ ਕਹਿੰਦੇ ਜਦੋਂ ਗੁਣਾਂ ਦਾ ਕਰਤਾ ਅਕਾਲ ਪੁਰਖ ਹੀ ਵਸ ਦੇ ਵਿੱਚ ਹੋ ਜਾਂਦਾ ਹੈ। ਦੁਰਲਭ ਗੁਣ ਪੁਨ ਰਹੇ ਨਾ ਕੋਏ। ਫਿਰ ਜਗਤ ਦੇ ਵਿੱਚ ਕੋਈ ਵੀ ਅਜਿਹਾ ਗੁਣ ਨਹੀਂ ਹੁੰਦਾ ਜਿਹੜਾ ਦੁਰਲਭ ਹੋਵੇ, ਅਰਥਾਤ ਜਿਹੜਾ ਪ੍ਰਾਪਤ ਨਾ ਹੋ ਸਕਦਾ ਹੋਵੇ। ਜਦੋਂ ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਹੀ ਵਸ ਵਿੱਚ ਆ ਗਿਆ ਤੇ ਉਦੋਂ ਸਰਬ ਗੁਣ ਹਿਰਦੇ ਵਿੱਚ ਨਿਵਾਸ ਕਰ ਲੈਂਦੇ ਹਨ। ਪੂਜਨ ਲਗੇ ਭਗਤ ਕਿਸ ਰੀਤ। ਤਿੰਨੇ ਸਿੱਖਾਂ ਨੇ ਹੱਥ ਜੋੜੇ ਗਰੀਬ ਨਵਾਜ ਕਿਰਪਾ ਕਰਕੇ ਆਪ ਜੀ ਦੱਸੋ ਵੀ ਭਗਤੀ ਕਿਸ ਰੀਤ ਦੀ ਹੁੰਦੀ ਹੈ। ਕਰੋ ਬਤਾਵਨ ਉਪਜੈ ਪ੍ਰੀਤ। ਕਿਰਪਾ ਕਰਕੇ ਆਪ ਜੀ ਭਗਤੀ ਦੇ ਪ੍ਰਤੀ ਸਾਨੂੰ ਉਪਦੇਸ਼ ਦੱਸੋ, ਭਗਤੀ ਬਾਰੇ ਸਮਝਾਓ ਵੀ ਭਗਤੀ ਕਿਸ ਤਰ੍ਹਾਂ ਦੀ ਹੁੰਦੀ ਹੈ, ਕਿਵੇਂ ਭਗਤੀ ਕਰੀਦੀ ਹੈ, ਜਿਸ ਭਗਤੀ ਦੀ ਪ੍ਰਾਪਤੀ ਕਰਕੇ ਸਾਡੇ ਹਿਰਦੇ ਵਿੱਚ ਵੀ ਪ੍ਰਭੂ ਦੀ ਪ੍ਰੀਤ ਪੈਦਾ ਹੋ ਜਾਵੇ। ਤਬ ਸਤਿਗੁਰ ਨੇ ਕਹਿਓ 부ਝਾਈ। ਇਹ ਬਚਨ ਸੁਣ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦੇ ਸਿੱਖਾਂ ਨੂੰ ਸਮਝਾਇਆ ਹੈ। ਨਵਦਾ ਭਗਤ ਏਕ ਸੁਖਦਾਈ। ਗੁਰਦੇਵ ਜੀ ਕਹਿੰਦੇ ਭਗਤੀ ਤਿੰਨ ਪ੍ਰਕਾਰ ਦੀ ਹੁੰਦੀ ਹੈ ਤੇ ਪਹਿਲੀ ਜਿਹੜੀ ਭਗਤੀ ਹੈ ਉਹ ਭਗਤੀ ਹੈ ਨਵਦਾ ਭਗਤੀ, ਜਿਹੜੀ ਸੁੱਖਾਂ ਦੀ ਦਾਤੀ ਹੈ। ਭਗਤ ਨਵੇਂ ਪ੍ਰਕਾਰ, 9 ਪ੍ਰਕਾਰ ਦੀ ਭਗਤੀ ਜਿਹੜੀ ਹੈ ਇਸ ਭਗਤੀ ਨੂੰ ਕਰਕੇ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਦੂਜੋ ਪ੍ਰੇਮ ਭਗਤ ਵਿਚਾਰੀ। ਗੁਰਦੇਵ ਕਹਿੰਦੇ ਦੂਜੀ ਜਿਹੜੀ ਉਹ ਪ੍ਰੇਮਾ ਭਗਤੀ ਹੈ। ਪਰਾ ਭਗਤ ਤ੍ਰਿਤੀਏ ਨਿਰਤਾਰੀ। ਤੇ ਜਿਹੜੀ ਤੀਜੀ ਭਗਤੀ ਹੈ ਉਹਨੂੰ ਪਰਾ ਭਗਤੀ ਕਹਿੰਦੇ ਨੇ। ਇਸ ਤਰ੍ਹਾਂ ਨਿਸ਼ਚਾ ਕਰ ਲਓ, ਨਵਦਾ ਭਗਤੀ, ਦੂਸਰੀ ਪ੍ਰੇਮਾ ਭਗਤੀ ਤੇ ਤੀਜੀ ਪਰਾ ਭਗਤੀ ਹੈ। ਪ੍ਰਥਮ ਸੁਨੋ ਨਵਦਾ ਕੋ ਭੇਦ।
ਸਤਿਗੁਰੂ ਕਹਿੰਦੇ ਸਭ ਤੋਂ ਪਹਿਲਾਂ ਜਿਹੜੀ ਨਵਦਾ ਭਗਤੀ ਹੈ ਉਹਦੇ ਭੇਦ ਸੁਣਨਾ ਕਰੋ। ਉਹਦੇ 9 ਪ੍ਰਕਾਰ ਦੇ ਭੇਦ ਹਨ। ਪ੍ਰਾਪਤ ਪਏ ਬਿਨਾਸੇ ਖੇਦ, ਜਿਸ ਨੂੰ ਇਹ ਭਗਤੀ ਪ੍ਰਾਪਤ ਹੋ ਜਾਵੇ ਉਹਦੇ ਸਾਰੇ ਖੇਦ ਦੁੱਖ ਨਸ਼ਟ ਹੋ ਜਾਂਦੇ ਹਨ। ਸ਼ਰਧਾ ਸਹਿਤ ਗੁਰੂ ਕੇ ਬੈਨ, ਪਹਿਲੀ ਹੁੰਦੀ ਹੈ ਜੀ ਸ਼ਰਵਣ ਭਗਤੀ। ਜਿਹੜਾ ਸ਼ਰਧਾ ਦੇ ਸਹਿਤ ਗੁਰੂ ਸਾਹਿਬ ਦੇ ਬਚਨ ਸੁਣਦਾ ਹੈ। ਸ਼ਰਵਨ ਕਰੇ ਸਨਮੁਖ ਮਨ ਨੈਣ, ਆਪਣੇ ਨੇਤਰ ਤੇ ਆਪਣਾ ਮਨ ਗੁਰੂ ਸਾਹਿਬ ਦੇ ਸਨਮੁਖ ਕਰਕੇ ਜਿਹੜਾ ਗੁਰੂ ਦੇ ਬਚਨਾਂ ਨੂੰ ਸਰਵਣ ਕਰਦਾ ਹੈ, ਗੁਰੂ ਕੇ ਉਪਦੇਸ਼ ਨੂੰ ਸਰਵਣ ਕਰਦਾ ਹੈ, ਉਹ ਜਿਹੜਾ ਮਨੁੱਖ ਸ਼ਰਵਣ ਭਗਤੀ ਕਰਦਾ। ਸੁਣਨਾ ਵੀ ਬੜਾ ਕਠਿਨ ਹੁੰਦਾ ਹੈ, ਬੋਲਣਾ ਬੜਾ ਸੌਖਾ ਹੁੰਦਾ ਹੈ, ਸੁਣਨਾ ਬੜਾ ਕਠਿਨ ਹੁੰਦਾ ਹੈ। ਜਦੋਂ ਵੀ ਆਪਾਂ 4 ਜਾਣੇ ਕਿਤੇ ਖੜੇ ਹੋਈਏ ਨਾ, ਤੇ ਜੇ ਇੱਕ ਆਪਣੀ ਗੱਲ ਸੁਣਾਉਂਦਾ ਹੁੰਦਾ ਨਾ ਤੇ ਦੂਜਾ ਸੁਣਨ ਵਾਲਾ ਵਿੱਚੇ ਟੋਕੇ ਆਪਣੀ ਗੱਲ ਸੁਣਾਉਣ ਲੱਗ ਪੈਂਦਾ ਵੀ ਇਹਦਾ ਮਤਲਬ ਇਹ ਹੈ ਵੀ ਮੇਰੇ ਕੋਲੋਂ ਸੁਣਿਆ ਨਹੀਂ ਜਾ ਰਿਹਾ, ਵੀ ਮੈਂ ਵੀ ਯਤਨ ਕਰਦਾ ਵੀ ਮੈਂ ਦੂਜੇ ਨੂੰ ਸੁਣਾ ਦਿਆਂ। ਸੁਣਨਾ ਭਗਤੀ ਹੈ। ਬਿਨਾਂ ਸੁਣਿਆ ਗੱਲ ਨਹੀਂ ਬਣਦੀ, ਬਿਨਾਂ ਬੋਲਿਆ ਵੀ ਗੱਲ ਨਹੀਂ ਬਣਦੀ, ਬਿਨਾਂ ਸੁਣਿਆ ਵੀ ਗੱਲ ਨਹੀਂ ਬਣਦੀ। ਧਰਮ ਸ਼ਾਸਤਰ ਕਹਿੰਦੇ ਵੀ ਦੁਨੀਆ ਦੇ ਵਿੱਚ ਆਪਾਂ ਨੂੰ ਸੁਰਮਾ ਭਗਤ ਤਾਂ ਮਿਲ ਜਾਂਦਾ, ਵੀ ਜਿਹਦੇ ਨੇਤਰ ਨਾ ਹੋਵਣ ਉਹ ਭਗਤ ਤਾਂ ਮਿਲ ਜਾਂਦਾ। ਵਿਦਵਾਨ ਵੀ ਨੇ, ਕੀਰਤਨੀਏ ਸਿੰਘ ਵੀ ਨੇ, ਭਗਤ ਸੂਰਦਾਸ ਜੀ ਵਰਗੇ ਭਗਤ ਹੋਏ ਜਿਨ੍ਹਾਂ ਦੇ ਨੇਤਰ ਨਹੀਂ ਸਨ, ਉਹਨਾਂ ਭਗਤੀ ਕੀਤੀ। ਪਰ ਕਹਿੰਦੇ ਜਗਤ ਵਿੱਚ ਇੱਕ ਤਾਂ ਜਿਹੜਾ ਰਸਨਾ ਤੋਂ ਬੋਲ ਨਾ ਸਕੇ, ਵੀ ਜਿਹਨੂੰ ਗੂੰਗਾ ਕਹਿ ਦਿੰਦੇ ਆਪਾਂ, ਤੇ ਦੂਜਾ ਜਿਹੜਾ ਕੰਨਾਂ ਰਾਹੀਂ ਸੁਣ ਨਾ ਸਕੇ, ਜਿਹਨੂੰ ਬੋਲਾ ਕਹਿੰਦੇ ਆ। ਵੀ ਇਹ 2 ਤਰ੍ਹਾਂ ਦੇ ਭਗਤ ਅੱਜ ਤੱਕ ਜਗਤ ਵਿੱਚ ਹੋਏ ਨਹੀਂ, ਕਿਉਂਕਿ ਸਬੰਧ ਬੋਲ ਕੇ ਤੇ ਸੁਣ ਕੇ ਹੀ ਜੁੜਦਾ ਹੈ। ਜਦੋਂ ਕਰਤੇ ਪੁਰਖ ਦੇ ਨਾਲ ਸਬੰਧ ਜੋੜਨਾ ਹੋਵੇ ਤੇ ਪਹਿਲਾਂ ਬੋਲਣਾ ਪੈਂਦਾ, ਫਿਰ ਸੁਣਨਾ ਪੈਂਦਾ। ਮੰਨੋ ਵੀ ਬਾਣੀ ਪੜ੍ਹ ਰਹੇ ਆਪਾਂ, ਤੇ ਬਾਣੀ ਕੇਵਲ ਪੜ੍ਹ ਨਹੀਂ ਰਹੇ, ਉਹ ਸੁਣਨੀ ਵੀ ਪੈਂਦੀ ਹੈ। ਅਕਸਰ ਆਪਾਂ ਯਤਨ ਤਾਂ ਹੀ ਕਰਦੇ ਹਾਂ ਵੀ ਬਸ ਪੜ੍ਹ ਲਈਏ, ਵੀ ਮੈਂ ਬਾਣੀ ਪੜ੍ਹ ਰਿਹਾ, ਪਰ ਸਿੱਖ ਨੂੰ ਇਹ ਦੋਨੇ ਕੰਮ ਇੱਕੋ ਵਕਤ ਕਰਨੇ ਚਾਹੀਦੇ ਨੇ। ਵੀ ਜਿੱਥੇ ਬਾਣੀ ਪੜ੍ਹ ਰਹੇ ਹੋਈਏ ਉਥੇ ਬਾਣੀ ਸੁਣਨੀ ਵੀ ਚਾਹੀਦੀ ਹੈ। ਜਿਵੇਂ ਆਪਾਂ ਕਿਸੇ ਗੁਰਸਿੱਖ ਪਾਠੀ ਸਿੰਘ ਪਾਸੋਂ, ਗ੍ਰੰਥੀ ਸਿੰਘ ਪਾਸੋਂ ਬਹਿ ਕੇ ਬਾਣੀ ਸੁਣਦੇ ਆ ਨਾ, ਤੇ ਜਦੋਂ ਆਪ ਪੜ੍ਹੀਏ ਤੇ ਆਪਣੇ ਆਪ ਨੂੰ ਵੀ ਬਾਣੀ ਸੁਣਾਈਏ, ਕਿਉਂਕਿ ਬੋਲ ਬੋਲ ਕੇ ਤੇ ਸੁਣ ਸੁਣ ਕੇ ਹੀ ਸੰਬੰਧ ਜੁੜਦਾ ਹੈ। ਪਰ ਬੋਲਣ ਨਾਲੋਂ ਸੁਣਨਾ ਬਹੁਤ ਜ਼ਿਆਦਾ ਕਠਿਨ ਹੁੰਦਾ ਹੈ। ਜਿੰਨੀ ਜ਼ਿਆਦਾ ਮਨੁੱਖ ਦੀ ਸਰੋਤ ਗਹਿਰੀ ਹੁੰਦੀ ਹੈ, ਓਨਾ ਜ਼ਿਆਦਾ ਮਨੁੱਖ ਸਮਝਦਾਰ ਬਣਦਾ ਜਾਂਦਾ, ਉਹਦੀ ਬੁੱਧੀ ਓਨੀ ਜ਼ਿਆਦਾ ਵਿਕਸਿਤ ਹੁੰਦੀ ਜਾਂਦੀ ਹੈ। ਜਿੰਨੀ ਸਰੋਤ ਗਹਿਰੀ ਹੈ ਓਨੇ ਛੇਤੀ ਪਾਪ ਮਿਟਦੇ ਨੇ। ਰੋਜ਼ ਆਪਾਂ ਬਚਨ ਪੜ੍ਹਦੇ ਹਾਂ, ਗੁਰਦੇਵ ਜੀ ਦਾ ਸੁਣਿਆ, ਦੂਖ ਪਾਪ ਕਾ ਨਾਸ, ਪਰਮੇਸ਼ਰ ਦਾ ਨਾਮ ਸੁਣ ਕੇ ਦੁੱਖ ਮਿਟ ਜਾਂਦੇ, ਪਾਪ ਮਿਟ ਜਾਂਦੇ ਨੇ। ਇੱਕ ਦਫਾ ਕਿਸੇ ਨੇ ਮਸ਼ਕੀਨ ਜੀ ਨੂੰ ਸਵਾਲ ਕਰ ਦਿੱਤਾ, ਆਖਣ ਲੱਗਾ ਵੀ ਤੁਸੀਂ ਕਹਿੰਦੇ ਹੋ ਵੀ ਸੁਣ ਕੇ ਪਾਪ ਮਿਟਦੇ ਨੇ, ਦੁੱਖ ਮਿਟਦੇ, ਤੁਹਾਡੇ ਮਿਟ ਗਏ ਨੇ? ਉਹ ਕਹਿਣ ਲੱਗੇ ਵੀ ਮੇਰੇ ਤਾਂ ਅਜੇ ਤਾਈਂ ਕੋਈ ਨਹੀਂ ਮਿਟੇ। ਫਿਰ ਕਹਿੰਦੇ ਕਿਉਂ? ਕਹਿੰਦੇ ਬਸ ਮੈਨੂੰ ਨਾ ਇੱਕ ਗੱਲ ਸਮਝ ਆ ਗਈ ਹੈ ਵੀ ਜਦੋਂ ਪਾਣੀ 100 ਫੁੱਟ ਤੇ ਹੋਵੇ ਨਾ, ਤੇ ਡੂੰਘਾਈ ਤੇ ਉੱਤੇ ਪਾਣੀ ਹੋਵੇ, ਤੇ ਬੋਰ ਜਾਂ ਖੁਦਾਈ ਉਹ 100 ਫੁੱਟ ਤੱਕ ਹੀ ਕਰਨੀ ਪੈਂਦੀ ਹੈ, ਤਾਂ ਉਹਦੇ ਤਾਈਂ ਪਹੁੰਚ ਸਕਨੇ ਆ। ਇਹ ਗੱਲ ਮੈਨੂੰ ਸਮਝ ਆ ਗਈ ਵੀ ਪਾਣੀ 100 ਫੁੱਟ ਡੂੰਘਾ ਹੈ, ਪਰ ਮੈਂ ਬਸ ਉੱਪਰੋਂ ਪੁੱਟ ਰਿਹਾ, ਮੈਂ ਤਾਂ ਹੀ ਪਾਣੀ ਤਾਈਂ ਪਹੁੰਚ ਨਹੀਂ ਸਕਿਆ। ਤੇ ਜੇ ਮੈਂ ਖੁਦਾਈ ਕਰ ਲਵਾਂ, ਚੰਗੀ ਤਰ੍ਹਾਂ ਡੂੰਘਾਈ ਤੱਕ ਪਹੁੰਚ ਜਾਵਾਂ, ਤੇ ਪਾਣੀ ਮੈਨੂੰ ਝੱਟ ਮਿਲ ਜਾਏ। ਪਰ ਮੇਰੇ ਵਿੱਚ ਇਹ ਕਮੀ ਹੈ ਵੀ ਮੈਂ ਅਜੇ ਖੁਦਾਈ ਨਹੀਂ ਕਰ ਸਕਿਆ। ਮੇਰੀ ਖੁਦਾਈ 5, 10, 20 ਫੁੱਟ ਤਾਈਂ ਹੋਵੇਗੀ, ਬਸ ਇੰਨੀ ਕੀ ਹੈ। ਜੇ ਮੈਂ ਖੁਦਾਈ ਪੂਰੀ ਕਰ ਲਵਾਂ ਤੇ ਆਪੇ ਹੀ ਪਾਣੀ ਤੱਕ ਪਹੁੰਚ ਜਾਵਾਂਗਾ। ਕਹਿੰਦੇ ਜਿੰਨੀ ਜ਼ਿਆਦਾ ਸਰੋਤ ਗਹਿਰੀ ਹੁੰਦੀ ਜਾਂਦੀ ਹੈ, ਓਨੀ ਛੇਤੀ ਪਾਪ ਜਿਹੜੇ ਮਨੁੱਖ ਦੇ ਮਿਟਦੇ ਜਾਂਦੇ ਨੇ। ਤਾਂ ਦਾਸ ਨੇ ਅਰਜ਼ ਕੀਤੀ ਹੈ ਕਿ ਗੁਰਸਿੱਖੋ, ਜਦੋਂ ਵੀ ਆਪਾਂ ਬਹਿ ਬਾਣੀ ਪੜ੍ਹੀਏ, ਜਿੱਥੇ ਬਾਣੀ ਪੜ੍ਹਦੇ ਹਾਂ ਉੱਥੇ ਸੁਣਿਆ ਵੀ ਕਰੀਏ ਕੰਨਾਂ ਦੇ ਨਾਲ। ਜੇ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ ਤੇ ਸੁਣਿਆ ਕਰੀਏ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਨੂੰ ਕੀ ਕਹਿ ਰਹੇ ਨੇ। ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਨਾਲੇ ਪੜ੍ਹ ਰਹੇ ਆ, ਨਾਲੇ ਮਨ ਨੂੰ ਸੁਣਾਓ ਵੀ, ਤਾਂ ਕਿ ਮਨ ਸੁਣੇ
ਮਨ ਦੇ ਅੰਦਰ ਇੱਛਾ ਪੈਦਾ ਹੋਵੇ ਕਿ ਮੈਂ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਉਹਨਾਂ ਦੀ ਬਾਣੀ ਸੁਣਾ, ਸਰਵਣ ਭਗਤੀ ਕਰਾਂ ਬਹਿ ਕੇ, ਕਿਉਂਕਿ ਇਹ ਕੰਨ ਜਿਹੜੇ ਨੇ ਸਰਵਣੋਂ ਮੇਰੇ ਹੋ, ਸਾਚੈ ਸੁਣਨੈ ਨੂੰ ਪਠਾਏ, ਸਾਚੈ ਸੁਣਨੈ ਨੂੰ ਪਠਾਏ, ਸਰੀਰ ਲਾਏ ਸੁਣਹੁ ਸਤ ਬਾਣੀ। ਇਹ ਕੰਨ ਸਰੀਰ ਨੂੰ ਲਾਏ ਤਾਂ ਨੇ ਬਾਣੀ ਸੁਣਨ ਵਾਸਤੇ, ਤੇ ਆਪਣੇ ਕੰਨਾਂ ਨੂੰ ਸਮਝਾਓ ਵੀ ਭਾਈ ਬਾਣੀ ਸੁਣਿਆ ਕਰੋ। ਜਿਸ ਬਾਣੀ ਨੂੰ ਸੁਣਨ ਦੇ ਨਾਲ ਮਨ ਤਨ ਹਰਿਆ ਹੋ ਜਾਂਦਾ ਹੈ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਜਿਹੜੀ ਪਹਿਲੀ ਭਗਤੀ ਉਹ ਸ਼ਰਵਣ ਭਗਤੀ ਹੈ, ਗੁਰੂ ਕਾ ਸਿੱਖ ਸ਼ਰਧਾ ਦੇ ਨਾਲ। ਇਹ ਵੀ ਬੇਨਤੀ ਹੈ ਕਿ ਜਿਹੜੀ ਗੱਲ ਬਿਨਾਂ ਸ਼ਰਧਾ ਤੋਂ ਸਹਿਤ ਸੁਣੀ ਜਾਏ ਉਹ ਮਨੁੱਖ ਦੇ ਨਾ ਤਾਂ ਪੱਲੇ ਪੈਂਦੀ ਹੈ, ਬਹੁਤਾਤ ਵਿੱਚ ਲੋਕ ਸ਼ੰਕਾਵਾਦੀ ਹੋ ਜਾਂਦੇ ਨੇ। ਆਪਾਂ ਬਚਨ ਉਸੇ ਦਾ ਹੀ ਮੰਨਦੇ ਹਾਂ ਜਿਹਦੇ ਪ੍ਰਤੀ ਸ਼ਰਧਾ ਹੋਵੇ, ਜਿਹਦੇ ਪ੍ਰਤੀ ਸ਼ਰਧਾ ਨਹੀਂ ਉਹਦਾ ਬਚਨ ਵੀ ਆਪਾਂ ਕੋਈ ਨਹੀਂ ਮੰਨਦੇ। ਤੋ ਸ਼ਰਧਾ ਸਹਿਤ ਗੁਰੂ ਕੇ ਬੈਨ, ਸ਼ਰਧਾ ਦੇ ਸਹਿਤ ਗੁਰੂ ਦੇ ਬਚਨ ਸੁਣਨੇ ਹਨ। ਆਪਣੇ ਮਨ ਨੂੰ ਸਤਿਗੁਰ ਜੀ ਦੇ ਸਨਮੁਖ ਕਰਕੇ ਦੁਤੀਏ ਕਥਾ ਕੀਰਤਨ ਕਰਨੇ। ਦੂਜੀ ਭਗਤੀ ਹੈ ਜੀ ਕਥਾ ਤੇ ਕੀਰਤਨ ਕਰਨਾ। ਕੀਰਤਨ ਦਾ ਵੀ ਅਖਰੀ ਅਰਥ ਹੈ ਪਰਮੇਸ਼ਰ ਦੀ ਕੀਰਤੀ ਕਰਨੀ। ਕਥਾ ਦਾ ਭਾਵ ਵੀ ਉਹਦੇ ਗੁਣਾਂ ਨੂੰ ਰਸਨਾ ਦੇ ਨਾਲ ਬਖਿਆਨ ਕਰਨਾ। ਕਥਾ ਕਰਨੀ ਹੈ, ਇਹ ਕਥਾ ਸਾਨੂੰ ਸਮਝਾਉਂਦੀ ਵੀ ਕੀਰਤਨ ਕਿਹਦਾ ਕਰਨਾ। ਕਥਾ ਸਾਨੂੰ ਇਹ ਗਿਆਨ ਦਿੰਦੀ ਹੈ ਵੀ ਕੀਰਤਨ ਆਪਾਂ ਕਿਸ ਦਾ ਕਰਨਾ। ਕਥਾ ਦੇ ਵਿੱਚੋਂ ਹੀ ਕੀਰਤਨ ਕਰਨ ਦੀ ਸੋਝੀ ਸਿੱਖ ਨੂੰ ਪ੍ਰਾਪਤ ਹੁੰਦੀ ਹੈ। ਤੋ ਰਸਨਾ ਨਾਲ ਕਥਾ ਵੀ ਕਰਨੀ ਤੇ ਕੀਰਤਨ ਵੀ ਵਾਹਿਗੁਰੂ ਦਾ ਕਰਨਾ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਇਹ ਕਥਾ ਸਭ ਤੋਂ ਉੱਤਮ ਹੈ ਪਰਮੇਸ਼ਰ ਅਕਾਲ ਪੁਰਖ ਦੀ, ਕੇਵਲ ਅਕਾਲ ਪੁਰਖ ਦੀ। ਇੱਧਰ ਉੱਧਰ ਦੀਆਂ ਕਹਾਣੀਆਂ ਨਹੀਂ ਜਿਹੜੀਆਂ ਅੱਜ ਕੱਲ੍ਹ ਕਰੀਬਨ ਹਰ ਜਗ੍ਹਾ ਤੇ ਸਾਨੂੰ ਸੁਣਾਈ ਦਿੰਦੀਆਂ ਨੇ। ਗੱਲ ਕਥਾ ਦੀ ਹੋਈ ਹਰ ਕੀ ਕਥਾ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਹੈ, ਜੋ ਸਿੱਖੀ ਸਿਧਾਂਤਾਂ ਦੀ ਗੱਲ ਕਰੇ, ਜਿਹੜਾ ਗ੍ਰੰਥ ਸਾਨੂੰ ਗੁਰੂ ਦੇ ਚਰਨਾਂ ਨਾਲ ਜੋੜੇ, ਉਹ ਹਰੀ ਦੀ ਕਥਾ ਹੈ, ਪਰਮੇਸ਼ਰ ਦੀ ਕਥਾ ਹੈ। ਐਸੀ ਕਥਾ ਮਨੁੱਖ ਦੇ ਸਾਰੇ ਦੁੱਖ ਮਿਟਾ ਦਿੰਦੀ। ਸੁਣ ਹਰ ਕਥਾ ਉਤਾਰੀ ਮੈਲ, ਮਹਾਪੁਨੀਤ ਭਏ ਸੁਖ ਸੈਲ। ਜਿਹੜੇ ਕਥਾ ਸੁਣਦੇ ਉਹਨਾਂ ਦੇ ਅੰਦਰ ਦੀ ਮੈਲ ਉਤਰ ਜਾਂਦੀ ਹੈ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁਖ ਨਿਕਟ ਨਹੀਂ ਆਵੈ। ਜਿਹੜਾ ਹਰੀ ਦਾ ਕੀਰਤਨ ਸੁਣਦਾ ਔਰ ਗਾਇਨ ਕਰਦਾ ਉਹਦੇ ਨੇੜੇ ਕਦੇ ਵੀ ਦੁੱਖ ਨਹੀਂ ਆਉਂਦਾ। ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾ ਹਉ ਅਣਾ ਤੂ ਰਹਿ ਛੁਟੈ, ਨਿਕਟ ਨਾ ਜਾਈਓ ਦੂਤ। ਧਰਮਰਾਜ ਵੀ ਦੂਤਾਂ ਨੂੰ ਕਹਿੰਦਾ ਨੇੜੇ ਨਾ ਜਾਇਓ। ਜਿੱਥੇ ਸਾਧੂ ਬਹਿ ਕੇ ਪ੍ਰਭੂ ਦਾ ਨਾਮ ਜਪਦੇ ਹੋਵਣ, ਭਜਨ ਕਰਦੇ ਹੋਵਣ, ਜਿੱਥੇ ਕੀਰਤਨ ਹੁੰਦਾ ਹੋਵੇ ਨਾ, ਉਥੇ ਨਾ ਜਾਇਓ। ਜੇ ਸਤਿ ਸ੍ਰੀ ਅਕਾਲ। ਜੇ ਕਿਤੇ ਕੀਰਤਨ ਕਰਨ ਵਾਲਿਆਂ ਦੇ ਨੇੜੇ ਚਲੇ ਗਏ, ਪ੍ਰਭੂ ਦੀ ਉਸਤਤੀ ਕਰਨ ਵਾਲਿਆਂ ਦੇ ਨੇੜੇ ਚਲੇ ਗਏ, ਨਾ ਹਉ ਨਾ ਤੂੰ ਨਹਿ ਛੁਟੈ, ਨਾ ਮੈਂ ਛੁਟਾਂਗਾ ਨਾ ਤੁਸੀਂ ਛੁਟੋਗੇ। ਕਿਉਂਕਿ ਉਹਨਾਂ ਦਾ ਮਾਲਕ ਸਾਨੂੰ ਬੰਨ ਲਏਗਾ ਵੀ ਤੁਸੀਂ ਮੇਰੀ ਭਗਤੀ ਕਰਨ ਵਾਲੇ ਦੇ ਨੇੜੇ ਕਿਵੇਂ ਗਏ। ਇਸ ਕਰਕੇ ਕਹਿੰਦਾ ਵੀ ਨਿਕਟ ਨਾ ਜਾਈਓ ਦੂਤ, ਭਗਤੀ ਕਰਨ ਵਾਲਿਆਂ ਦੇ ਨੇੜੇ ਨਾ ਜਾਇਓ। ਤੇ ਜਿਨ੍ਹਾਂ ਨੇ ਭਗਤੀ ਕੀਤੀ ਉਹਨਾਂ ਨੂੰ ਪਾਤਸ਼ਾਹ ਕਹਿੰਦੇ ਭਲੋ ਭਲੋ ਰੇ ਕੀਰਤਨੀਆ। ਗੁਰੂ ਦਾ ਕੀਰਤਨ ਕਰਨ ਵਾਲੇ ਉਹ ਭਲੇ ਨੇ ਜਿਨ੍ਹਾਂ ਨੇ ਰਾਗ ਰੂਪੀ ਸੋਨੇ ਦੇ ਭਾਂਡੇ ਵਿੱਚ ਅੰਮ੍ਰਿਤ ਰੂਪੀ ਸ਼ਬਦ ਪਾ ਕੇ ਉਹਨੂੰ ਗ੍ਰਹਿਣ ਕੀਤਾ। ਤੇ ਪਾਤਸ਼ਾਹ ਕਹਿੰਦੇ ਫਿਰ ਉਹਨਾਂ ਦਾ ਭਵ ਸਾਗਰ ਤੋਂ ਪਾਰ ਉਤਾਰਾ ਹੋ ਗਿਆ ਹੈ। ਦੂਸਰੀ ਜਿਹੜੀ ਭਗਤੀ ਹੈ ਕਥਾ ਕਰਨੀ ਤੇ ਪਰਮੇਸ਼ਰ ਜੀ ਦਾ ਕੀਰਤਨ ਕਰਨਾ। ਨੀਕੇ ਪ੍ਰਭ ਕੇ ਗੁਣ ਗਨ ਬਰਨੇ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣਾਂ ਨੂੰ ਕਹਿੰਦੇ ਬਿਆਨ ਕਰਨਾ, ਜਿਹੜੇ ਬੇਅੰਤ ਗੁਣ ਨੇ। ਨਾਲੇ ਅਰਦਾਸਾਂ ਕਰਨੀਆਂ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਵਾਹਿਗੁਰੂ ਤੇਰੇ ਗੁਣ ਬੇਅੰਤ ਨੇ, ਤੇ ਜਿਹੜਾ ਉਹਦੇ ਬੇਅੰਤ ਗੁਣਾਂ ਨੂੰ ਉਚਾਰਨ ਕਰਦਾ ਹੈ ਉਹ ਆਪ ਹੀ ਗੁਣਾਂ ਦਾ ਭੰਡਾਰ ਬਣ ਜਾਂਦਾ, ਗੁਣਾਂ ਦਾ ਖਜ਼ਾਨਾ ਬਣ ਜਾਂਦਾ ਹੈ। ਤੇ ਜਿਹਨੂੰ ਕੀਰਤਨ ਕਥਾ ਦੀ ਦਾਤ ਮਹਾਰਾਜ ਬਖਸ਼ਦੇ ਨੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਉਹ
ਸਤਿ ਸ੍ਰੀ ਅਕਾਲ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ, ਜਿਨ੍ਹਾਂ ਨੂੰ ਰਹਿਮਤਾਂ ਕਰਕੇ ਆਪਣੀ ਸਿਫਤ ਸਲਾਹ ਦਾ ਖਜ਼ਾਨਾ ਬਖਸ਼ ਦਿੰਦਾ ਹੈ, ਉਹ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਜਗਤ ਵਿੱਚ ਬਣ ਜਾਂਦੇ ਨੇ। ਦੁਨਿਆਵੀ ਕੂੜੇ ਰਾਜੇ, ਇਹ ਤਾਂ ਦੁਨਿਆਵੀ ਰਾਜੇ ਝੂਠੇ ਨੇ, ਜਿਨ੍ਹਾਂ ਕੋਲ ਦੁਨਿਆਵੀ ਦੌਲਤ ਹੁੰਦੀ। ਕਾਚਾ ਧਨ ਸੰਚ ਹੈ ਮੂਰਖ ਗਵਾਰ, ਜਿਨ੍ਹਾਂ ਨੇ ਕੱਚਾ ਧਨ ਇਕੱਤਰ ਕੀਤਾ ਤੇ ਪ੍ਰਭੂ ਦੇ ਪਿਆਰਿਆਂ ਨੇ ਪਰਮੇਸ਼ਰ ਦਾ ਨਾਮ ਜਪ ਜਪ ਕੇ ਗੁਣਾਂ ਦਾ ਧਨ ਇਕੱਤਰ ਕਰ ਲਿਆ, ਉਹਨਾਂ ਦੇ ਖਜ਼ਾਨੇ ਭਰ ਜਾਂਦੇ ਨੇ, ਫਿਰ ਉਹ ਪਾਤਸ਼ਾਹਾਂ ਦੇ ਪਾਤਸ਼ਾਹ ਬਣ ਜਾਂਦੇ ਹਨ। ਤ੍ਰਿਤੀਏ ਸਤਨਾਮ ਸਿਮਰੰਤੇ। ਪਾਤਸ਼ਾਹ ਕਹਿੰਦੇ ਤੀਜੇ ਉਹ ਗੁਰਮੁਖ ਹੁੰਦੇ ਨੇ ਭਗਤੀ ਕਰਨ ਵਾਲੇ। ਇਹ ਤੀਜਾ ਪ੍ਰਕਾਰ ਹੈ ਨਬਦਾ ਭਗਤੀ ਦਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਸਿਮਰਨ ਕਰਨਾ। ਬਿਨਾ ਭਜਨ ਨੇ ਸਮਾਂ ਬਿਤੰਤੇ। ਬਿਨਾ ਭਜਨ ਤੋਂ ਆਪਣਾ ਉਹ ਸਮਾਂ ਨਹੀਂ ਬਤੀਤ ਕਰਦੇ, ਇੱਕ ਪਲ ਵੀ ਨਹੀਂ ਲੰਘਣ ਦਿੰਦੇ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਇੱਕ ਦਮ ਵੀ ਬਿਅਰਥ ਨਹੀਂ ਜਾਣ ਦਿੰਦੇ। ਮਾਤਾ ਨੇ ਜਦੋਂ ਇਤਰਾਜ਼ ਕੀਤਾ ਨਾ ਭਗਤ ਕਬੀਰ ਜੀ ਤੇ ਵੀ ਸਾਰਾ ਦਿਨ ਇਹ ਕੰਮਕਾਰ ਨਹੀਂ ਕਰਦਾ, ਤੇ ਭਗਤ ਜੀ ਕਹਿੰਦੇ, ਮਾਂ ਇਹ ਨਹੀਂ ਵੀ ਮੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ। ਕਹਿੰਦੇ ਵੀ ਅਸਲ ਕਾਰਨ ਮੈਂ ਦੱਸਦਾ, ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੈ ਰਾਮ ਸਨੇਹੀ। ਨਲਕੀ ਹੁੰਦੀ ਹੈ ਨਾ, ਉਹਦੇ ਨਾਲ ਧਾਗਾ ਖਿੱਚਣਾ ਪੈਂਦਾ ਸੀ ਮੂੰਹ 'ਚ ਪਾ ਕੇ। ਤੇ ਕਬੀਰ ਜੀ ਕਹਿੰਦੇ ਜਦੋਂ ਨਲਕੀ ਮੂੰਹ ਵਿੱਚ ਪਾ ਕੇ ਤੇ ਫੂਕ ਮਾਰ ਕੇ ਧਾਗਾ ਅੰਦਰ ਨੂੰ ਖਿੱਚਦਾ ਨਾ, ਵੀ ਇੰਨੇ ਕੁ ਸਮੇਂ ਦੇ ਵਿੱਚ ਮੈਨੂੰ ਰਾਮ ਸਨੇਹੀ ਵਿਸਰ ਜਾਂਦਾ। ਤੇ ਮੈਂ ਨਹੀਂ ਚਾਹੁੰਦਾ ਵੀ ਛਿਨ ਮਾਤਰ ਵੀ ਮੈਨੂੰ ਪ੍ਰਭੂ ਵਿਸਰੇ, ਪਲ ਮਾਤਰ ਵੀ ਅਕਾਲ ਪੁਰਖ ਦੀ ਯਾਦ ਮੇਰੇ ਹਿਰਦੇ ਵਿੱਚੋਂ ਵਿਸਰੇ। ਆਖਾ ਜੀਵਾ ਵਿਸਰੈ ਮਰ ਜਾਓ। ਜਦੋਂ ਪ੍ਰਭੂ ਵਿਸਰਦਾ ਤੇ ਮੈਨੂੰ ਲੱਗਦਾ ਵੀ ਜਿਵੇਂ ਮੈਂ ਅੰਦਰੋਂ ਮਰ ਗਿਆ, ਮੇਰੀ ਆਤਮਕ ਮੌਤ ਹੋ ਗਈ ਹੈ। ਇੱਕ ਗੁਰਮੁਖ ਪਿਆਰੇ ਹੋਏ ਨੇ ਭਾਈ ਵੀਰ ਸਿੰਘ ਹੋਰਾਂ ਨੇ, ਉਹਨਾਂ ਦਾ ਜ਼ਿਕਰ ਕੀਤਾ, ਸ਼ਾਇਦ ਦਾਸ ਨੇ ਪਹਿਲਾਂ ਵੀ ਕਦੀ ਬੇਨਤੀ ਕੀਤੀ ਹੋਵੇ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਲੁਧਿਆਣੇ ਦੇ ਨਜ਼ਦੀਕ ਕੋਈ ਨਗਰ ਹੈ, ਉੱਥੋਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ। ਇੱਕ ਜ਼ਿਮੀਂਦਾਰ ਖੇਤਾਂ 'ਚ ਕੰਮ ਕਰਦਾ ਸੀ। ਇੱਕ ਮਹਾਤਮਾ ਆ ਗਏ, ਆਖਿਆ ਗੁਰਮੁਖਾ ਜਲ ਛਕਾ ਦੇ। ਖੂਹ ਨਾਲ ਹੀ ਸੀ, ਉਹਨੇ ਜਲ ਛਕਾਉਣ ਦੀ ਬਜਾਏ ਆਪਣੀ ਮੱਝ ਚੋ ਕੇ ਤੇ ਜਿਹੜਾ ਦੁੱਧ ਸੀ ਨਾ ਉਹਦੇ ਵਿੱਚ ਥੋੜਾ ਜਿਹਾ ਜਲ ਮਿਲਾ ਕੇ, ਜਿਹਨੂੰ ਆਪਾਂ ਕੱਚੀ ਲੱਸੀ ਕਹਿ ਦਿੰਦੇ ਆ, ਵੀ ਉਹ ਛਕਾ ਦਿੱਤੀ। ਮਹਾਤਮਾ ਛਕ ਕੇ ਬੜੇ ਪ੍ਰਸੰਨ ਹੋਏ, ਆਖਣ ਲੱਗੇ ਵੀ ਗੁਰਮੁਖਾ ਮੈਂ ਤਾਂ ਜਲ ਛਕਾਉਣ ਵਾਸਤੇ ਕਹਿਆ ਸੀ। ਉਹਨਾਂ ਆਖਿਆ ਸੰਤ ਜੀ ਚਰਨ ਪਾਏ ਨੇ, ਪਹਿਲੀ ਵਾਰੀ ਆਏ ਹੋ, ਮੇਰੇ ਕੋਲ ਜਿਹੜੀ ਉੱਤਮ ਚੀਜ਼ ਸੀ ਨਾ ਉਹ ਛਕਾ ਦਿੱਤੀ ਤੁਹਾਨੂੰ। ਉਹ ਜਾਂਦਿਆਂ ਕਹਿਣ ਲੱਗੇ ਠੀਕ ਹੈ, ਤੂੰ ਜਿਸ ਵਸਤੂ ਨੂੰ ਉੱਤਮ ਜਾਣ ਕੇ ਸਾਨੂੰ ਛਕਾਇਆ ਹੈ ਤੇ ਅਸੀਂ ਵੀ ਇੱਕ ਉੱਤਮ ਵਸਤੂ ਤੈਨੂੰ ਦੇ ਕੇ ਚੱਲੇ ਆਂ, ਬੋਲ ਵਾਹਿਗੁਰੂ। ਕਹਿੰਦੇ ਬਸ ਵਾਹਿਗੁਰੂ ਵਾਹਿਗੁਰੂ ਜਪਦਾ ਰਿਹਾ ਕਰ ਹਰ ਵਕਤ। ਭਾਈ ਵੀਰ ਸਿੰਘ ਜੀ ਕਹਿੰਦੇ ਵੀ ਉਹਨੇ ਜਪਣਾ ਸ਼ੁਰੂ ਕਰ ਦਿੱਤਾ, ਵਾਹਿਗੁਰੂ ਵਾਹਿਗੁਰੂ। ਜ਼ਮੀਨ ਵੀ ਥੋੜੀ ਜੀ ਸੀ ਉਹਦੇ ਕੋਲ, ਮਰਜ਼ੀ ਹੁੰਦੀ ਸੀ ਆ ਜਾਣਾ, ਨਹੀਂ ਤੇ ਨਹੀਂ। ਹਲ ਚੁੱਕਣਾ, ਖੇਤਾਂ ਵਿੱਚ ਆ ਕੇ ਬੀਜ ਸੁੱਟ ਦੇਣਾ, ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਤੇ ਜਦੋਂ ਫਸਲ ਹੋਣ ਲੱਗੀ ਤੇ ਕਹਿੰਦੇ ਲੋਕਾਂ ਨਾਲੋਂ ਝਾੜ ਵੀ ਜ਼ਿਆਦਾ। ਲੋਕ ਵੀ ਬੜੇ ਹੈਰਾਨ ਹੋ ਗਏ ਵੀ ਜ਼ਮੀਨ ਵੀ ਥੋੜੀ ਤੇ ਝਾੜ ਵੀ ਜ਼ਿਆਦਾ, ਮਿਹਨਤ ਵੀ ਕੋਈ ਨਹੀਂ ਕਰਦਾ। ਬਰਕਤ ਪੈਣ ਲੱਗ ਗਈ ਨਾ ਨਾਮ ਦੀ। ਤੇ ਫਿਰ ਬਚਨ ਸਿੱਧੀ ਵੀ ਆ ਗਈ, ਜੋ ਰਸਨਾ ਵਿੱਚੋਂ ਕਹਿਣਾ ਜਦੇ ਹੀ ਸਫਲਾ ਹੋ ਜਾਣਾ। ਤੇ ਇੱਕ ਮਹਾਂਪੁਰਖ, ਉਹਨਾਂ ਨੂੰ ਜਦੋਂ ਪਤਾ ਲੱਗਿਆ, ਉਹ ਕਾਂਸੀ ਤੋਂ ਆਏ, ਜਦੋਂ ਆ ਕੇ ਮਿਲੇ ਆਖਣ ਲੱਗੇ ਗੁਰਮੁਖਾ ਕੀ ਜਪਦਾ? ਕਹਿੰਦੇ ਪਤਾ ਨਹੀਂ। ਇੱਕ ਸੰਤ ਕਹਿ ਗਏ ਸੀ ਵੀ ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਆਪਾਂ ਜਪੀ ਜਾਂਦੇ ਆ। ਕਹਿੰਦੇ ਪਤਾ ਕੀ ਹੈ? ਕਹਿੰਦੇ ਆਪਾਂ ਨੂੰ ਨਹੀਂ ਪਤਾ, ਇਹ ਭੋਲਾਪਣ ਹੁੰਦਾ ਹੈ। ਜਿਹਨੇ ਜਪ ਕੇ ਅੰਦਰੋਂ ਰਸ ਪ੍ਰਾਪਤ ਕਰ ਲਿਆ ਉਹਨੂੰ ਸਭ ਪਤਾ ਹੁੰਦਾ, ਪਰ ਜ਼ਾਹਰ ਨਹੀਂ ਹੋਣ ਦਿੰਦੇ। ਕਹਿੰਦੇ ਜੀ ਨਹੀਂ ਪਤਾ, ਬਸ ਸੰਤ ਕਹਿ ਗਏ ਸੀ ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਮੈਂ ਜਪਦਾ ਰਹਿਣਾ। ਉਹਨਾਂ ਇੱਕ ਸ਼ਬਦ ਆਖਿਆ ਵੀ ਛੱਡ ਦੇ ਫਿਰ। ਕਹਿੰਦੇ ਇਹੀ ਤਾਂ ਦਿੱਕਤ ਹੈ ਵੀ ਹੁਣ ਛੱਡਿਆ ਨਹੀਂ ਜਾਂਦਾ। ਜਪਣਾ ਤਾਂ ਸ਼ੁਰੂ ਕਰ ਦਿੱਤਾ ਹੈ, ਦਿੱਕਤ ਹੀ ਮੇਰੀ ਇਹੀ ਹੈ ਵੀ ਮੈਂ ਛੱਡ ਨਹੀਂ ਸਕਦਾ। ਕਹਿੰਦੇ ਕੀ ਹੁੰਦਾ? ਕਹਿੰਦੇ ਜਦੋਂ ਮੈਂ ਛੱਡਣ ਲੱਗਦਾ ਨਾ ਵੀ ਚਲੋ ਹੁਣ ਨਹੀਂ ਜਪਣਾ, ਕਹਿੰਦੇ ਇਦਾਂ ਲੱਗਦਾ ਵੀ ਜਿਵੇਂ ਨਾ ਮੇਰੀ ਹੁਣੇ ਹੀ ਮੌਤ ਹੋ ਜਾਏਗੀ। ਜਿਹੜੇ ਬਚਨ ਆਪਾਂ ਪੜ੍ਹਦੇ ਆ ਨਾ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ,
ਇਹ ਬਚਨ ਮਹਾਰਾਜ ਨੇ ਕਹੇ ਨੇ ਤੇ ਭਗਤਾਂ ਨੇ ਸਫਲੇ ਵੀ ਕੀਤੇ ਨੇ। ਕਹਿੰਦੇ ਮੈਨੂੰ ਲੱਗਦਾ ਵੀ ਹੁਣੇ ਹੀ ਮੇਰੇ ਪ੍ਰਾਣ ਨਿਕਲ ਜਾਣੇ ਨੇ। ਨਾਮ ਭਗਤਾਂ ਦੇ ਪ੍ਰਾਣਾਂ ਦਾ ਆਧਾਰ ਆਸਰਾ ਬਣ ਜਾਂਦਾ ਹੈ। ਸਾਸ ਗਰਾਸ ਜਪਦੇ ਨੇ, ਸਵਾਸ ਅੰਦਰ ਜਾਂਦਾ ਹੈ। ਗਰਾਸ ਕਿਹਨੂੰ ਕਹਿੰਦੇ ਜੀ? ਬੁਰਕੀ ਨੂੰ। ਬੁਰਕੀ ਨੂੰ ਗਰਾਸ ਕਹਿੰਦੇ ਨੇ। ਮੁਖ ਦੇ ਵਿੱਚ ਬੁਰਕੀ ਪਾਉਣੀ ਕਿਸੇ ਵਸਤੂ ਦੀ। ਤੇ ਜੈਸੇ ਸਵਾਸ ਚੱਲਦੇ ਨੇ, ਹਰ ਇੱਕ ਸਵਾਸ ਦੇ ਵਿੱਚ ਨਾਮ ਦਾ ਗਰਾਸ ਉਹ ਪ੍ਰਾਪਤ ਕਰਦੇ ਨੇ। ਆਪਣਾ ਸਵਾਸ ਜਿਹੜਾ ਉਹ ਵਿਅਰਥ ਨਹੀਂ ਜਾਣ ਦਿੰਦੇ। ਪਾਤਸ਼ਾਹ ਕਹਿੰਦੇ ਤੀਜੀ ਭਗਤੀ ਪ੍ਰਭੂ ਦਾ ਸਿਮਰਨ ਕਰਨਾ। ਤੇ ਭਗਤ ਜਨ ਪ੍ਰਭੂ ਦੇ ਭਜਨ ਤੋਂ ਬਿਨਾਂ ਕਦੇ ਵੀ ਆਪਣਾ ਸਮਾਂ ਬਤੀਤ ਨਹੀਂ ਕਰਦੇ। ਅੱਠੇ ਪੈਰ ਉਹਦੀ ਆਰਾਧਨਾ ਕਰਦੇ ਹਨ। ਸਵਾਸਨ ਸੰਗ ਸੋ ਨਾਮ ਮਿਲਾਵੇ। ਸਵਾਸਾਂ ਦੇ ਨਾਲ ਹੀ ਨਾਮ ਨੂੰ ਮਿਲਾ ਲੈਂਦੇ ਨੇ। ਬਚਨ ਆਉਂਦਾ ਨਾ ਵੀ ਸਵਾਸ ਕਰਕੇ ਨਾਮ ਜਪਣਾ ਚਾਹੀਦਾ। ਤੇ ਕਈਆਂ ਨੂੰ ਇਹ ਗੁੱਝਾ ਭੇਦ ਸਮਝ ਨਹੀਂ ਆਇਆ। ਉਹ ਕਹਿੰਦੇ ਵੀ ਸਾਹਾਂ ਨਾਲ ਜਪੋ ਜਿੰਨੀ ਵਾਰ ਜਪਣਾ। ਹੁਣ ਮੈਨੂੰ ਭੁੱਖ ਲੱਗੀ ਹੋਵੇ ਤੇ ਮੈਂ ਹੁਣ ਸੋਚੀ ਪੈ ਜਾਵਾਂ ਵੀ ਕਿਹੜੀ ਥਾਲੀ 'ਚ ਛਕਾਂ, ਕਿਵੇਂ ਛਕਾਂ, ਕਿਹੜੀ ਸਬਜ਼ੀ ਛਕਾਂ, ਫਿਰ ਤਾਂ ਭੁੱਖਾ ਹੀ ਮਰ ਜਾਵਾਂਗਾ। ਵੀ ਜੇ ਹੁਣ ਇਸ ਚੱਕਰ 'ਚ ਪੈ ਗਿਆ ਵੀ ਕਿਵੇਂ ਛਕਾਂ, ਕਿਹੜਾ ਭੋਜਨ ਛਕਾਂ, ਕੌਣ ਬਣਾਏ, ਕਿਹੜੇ ਥਾਲੇ ਵਿੱਚ ਪਾ ਕੇ ਛਕਾਂ, ਫਿਰ ਤਾਂ ਨਹੀਂ ਭੁੱਖ ਮਿਟਦੀ। ਫਿਰ ਤਾਂ ਨਖਰੇ ਨੇ। ਇਹਦਾ ਮਤਲਬ ਵੀ ਭੁੱਖ ਨਹੀਂ ਲੱਗੀ। ਜਿਹਨੂੰ ਭੁੱਖ ਨਾ ਲੱਗੀ ਹੋਵੇ ਉਹ ਨਖਰੇ ਕਰਦਾ ਨਾ। ਤੇ ਜਿਹਨੂੰ ਭੁੱਖ ਲੱਗੀ ਹੁੰਦੀ ਹੈ ਪਰ ਉਹ ਇਹ ਨਹੀਂ ਵੇਖਦਾ ਵੀ ਪ੍ਰਸ਼ਾਦਾ ਸੁੱਕਾ ਹੈ ਕਿ ਦਾਲਾ ਕੱਲਾ, ਵੀ ਇਹਦੇ ਵਿੱਚ ਲੂਣ ਹੈ ਕਿ ਨਹੀਂ ਹੈ। ਬਸ ਯਤਨ ਕਰਦਾ ਵੀ ਭੁੱਖ ਮਿਟ ਜਾਏ। ਨਾਮ ਜਪਣ ਦੀ ਜਿਹੜੀ ਵਿਧੀ ਹੈ, ਹੋ ਸਕਦਾ ਬੜੇ ਗੁਰਮੁਖ ਵਿਧੀ ਦੱਸਦੇ ਹੋਣਗੇ, ਪਰ ਦਾਸ ਇਹ ਹਮੇਸ਼ਾ ਅਰਜ਼ ਕਰਦਾ ਵੀ ਜਿਨ੍ਹਾਂ ਨੂੰ ਭੁੱਖ ਲੱਗ ਜਾਏ। ਮਸ਼ਕੀਨ ਜੀ ਵੀ ਕਹਿੰਦੇ ਸਨ ਜਦੋਂ ਭੁੱਖ ਲੱਗ ਗਈ ਹੈ ਨਾ ਨਾਮ ਦੀ, ਕਹਿੰਦੇ ਫਿਰ ਨਾਮ ਜਪਣ ਵਾਲਾ ਇਹ ਨਹੀਂ ਵੇਖਦਾ ਵੀ ਮੈਂ ਜਪਣਾ ਕਿਵੇਂ ਹੈ, ਵੀ ਲੇਟ ਕੇ ਜਪਣਾ, ਤੁਰਦਿਆਂ ਜਪਣਾ, ਬੈਠਿਆਂ ਜਪਣਾ। ਕਹਿੰਦੇ ਜਿੱਥੇ ਜੀ ਕਰਦਾ, ਜਿਵੇਂ ਜੀ ਕਰਦਾ, ਫਿਰ ਉਹ ਜਪੀ ਜਾਂਦਾ ਹੈ। ਕਦੇ ਚੁੱਪ ਹੋ ਜਾਂਦਾ, ਕਦੇ ਉੱਚੀ ਉੱਚੀ ਧੁਨ ਦੇ ਵਿੱਚ ਗਾਉਂਦਾ, ਤੇ ਕਦੇ ਆਪਣੇ ਰੰਗ ਵਿੱਚ ਮਸਤ ਹੋ ਜਾਂਦਾ। ਰੰਗ ਹੱਸੈ, ਰੰਗ ਰੋਵੈ, ਚੁੱਪ ਭੀ ਕਰ ਜਾਹੇ। ਇਹ ਅਵਸਥਾ ਉਹਨਾਂ ਗੁਰਮੁਖ ਪਿਆਰਿਆਂ ਦੀ। ਇਸ ਕਰਕੇ ਨਾਮ ਨੂੰ ਸਵਾਸ ਦੇ ਨਾਲ ਮਿਲਾਣਾ। ਸਵਾਸਾਂ ਦੇ ਨਾਲ ਕਿਵੇਂ ਜਪਣਾ? ਆਪਾਂ ਸੁਣਿਆ ਵੀ ਸਵਾਸਾਂ ਨਾਲ ਜਪੋ। ਇਹਦਾ ਮਤਲਬ ਹੀ ਇਹੀ ਹੈ ਵੀ ਜਿਹੜੇ ਸਵਾਸ ਚੱਲਦੇ ਨੇ ਉਹਦੇ ਵਿੱਚ ਨਾਮ ਪਰੋ ਦਿਓ, ਤਾਂ ਕਿ ਇੱਕ ਸਵਾਸ ਜਾਏ ਤੇ ਇੱਕ ਆਵੇ। ਵਾਹਿਗੁਰੂ ਵਾਹਿਗੁਰੂ ਸਾਡੇ ਅੰਦਰੋਂ ਨਿਕਲੇ ਹਰ ਵਕਤ। ਸਾਡੇ ਬਜ਼ੁਰਗ ਮਹਾਂਪੁਰਖ ਕਹਿੰਦੇ ਸਨ ਵੀ ਕਹਿੰਦੇ ਸਵਾਸ ਅੰਦਰ ਜਾਵੇ ਤੇ ਵਾਹਿਗੁਰੂ, ਵਾਹੇ ਤੇ ਬਾਹਰ ਆਵੇ ਤੇ ਗੁਰੂ। ਉਹਨਾਂ ਦਾ ਭਾਵ ਵੀ ਕੋਈ ਵੀ ਸਵਾਸ ਵਿਅਰਥ ਨਹੀਂ ਜਾਣਾ ਚਾਹੀਦਾ। ਵਾਹਿਗੁਰੂ 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 ਸਵਾਸਾਂ ਨਾਲ ਸਾਡਾ ਚੱਲਣਾ ਹੀ ਚਾਹੀਦਾ ਹੈ। ਉਠਤ ਬੈਠਤ ਨੇ ਬਿਸਰਾਵੇ। ਗੁਰਮੁਖ ਜਨ ਉੱਠਦਿਆਂ ਬਹਿੰਦਿਆਂ ਕਦੇ ਵੀ ਪਰਮੇਸ਼ਰ ਜੀ ਦਾ ਨਾਮ ਨਹੀਂ ਵਿਸਾਰਦੇ। ਅੱਠੇ ਪੈਰ ਆਰਾਧਨਾ ਕਰਦੇ ਹਨ। ਚੌਥੀ ਸਤਿਗੁਰ ਕੈ ਭਗਵਾਨ। ਫਿਰ ਚੌਥੀ ਜਿਹੜੀ ਭਗਤੀ ਹੈ ਇਹਨੂੰ ਕਹਿੰਦੇ ਪਾਦ ਸੇਵਨ ਭਗਤੀ, ਚਰਨਾਂ ਦੀ ਸੇਵਾ ਕਰਨੀ। ਤੇ ਕਵੀ ਜੀ ਕਹਿੰਦੇ ਨੇ ਵੀ ਸਤਿਗੁਰ ਜੀ ਤੇ ਜਾਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ। ਥਾਨੇ ਚਰਨ ਕਮਲ ਕੋ ਧਿਆਨ। ਉਹਨਾਂ ਦੇ ਚਰਨਾਂ ਕਮਲਾਂ ਦਾ ਧਿਆਨ ਧਾਰਨ ਕਰਨਾ। ਚਰਨ ਜਿਹੜੇ ਨੇ ਹਿਰਦੇ ਵਿੱਚ ਵਸਾ ਲੈਣੇ ਮਹਾਰਾਜ ਜੀ ਦੇ। ਹਰ ਕੇ ਚਰਨ ਕਮਲ ਮਨ ਧਿਆਉ। ਇਹ ਜਿਹੜੀ ਨਵਦਾ ਭਗਤੀ 9 ਪ੍ਰਕਾਰ ਦੀ ਭਗਤੀ ਹੈ ਨਾ, ਗੁਰਬਾਣੀ ਦੇ ਹਰ ਇੱਕ ਸ਼ਬਦ ਦੇ ਵਿੱਚੋਂ ਹਰ ਇੱਕ ਭਗਤੀ ਦਾ ਜ਼ਿਕਰ ਤੁਹਾਨੂੰ ਹਰ ਇੱਕ ਥਾਂ ਤੇ ਅੰਗ ਤੇ ਮਿਲ ਜਾਏਗਾ। ਬੇਅੰਤ ਸ਼ਬਦ ਮਹਾਰਾਜ ਜੀ ਨੇ ਫਰਮਾਨ ਕੀਤੇ ਨੇ। ਜਿਵੇਂ ਕਬੀਰ ਜੀ ਕਹਿੰਦੇ, ਕਬੀਰ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਮੇਰਾ ਜੀ ਕਰਦਾ ਵੀ ਉਹਨਾਂ ਦੇ ਚਰਨਾਂ ਕਮਲਾਂ ਵਿੱਚ ਅੱਠੇ ਪੈਰ ਦੇਵਾਂ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਭਾਈ ਗੋਂਦੇ ਵਾਂਗੂ ਘੁੱਟ ਕੇ ਚਰਨ ਫੜ ਕੇ ਬਹਿ ਜਾਂਦੇ ਨੇ। ਭਾਈ ਗੋਂਦੇ ਨੇ ਵੀ ਚਰਨੀ ਛੱਡੇ, ਸਤਵੇਂ ਪਾਤਸ਼ਾਹ ਦੇ ਮਹਾਰਾਜ ਤਖਤ ਤੋਂ ਹਿੱਲੇ ਨਹੀਂ, ਚੌਂਕੜਾ ਮਾਰ ਕੇ ਬੈਠੇ ਰਹੇ ਸਤਵੇਂ ਪਾਤਸ਼ਾਹ। ਕਿਉਂਕਿ ਉਹ ਧਿਆਤਾ ਧਿਆਨ ਤੇ ਰੂਪ ਹੋ ਗਏ। ਉਹਨਾਂ ਨੇ ਚਰਨ ਨਹੀਂ ਛੱਡੇ, ਸਤਿਗੁਰਾਂ ਦਾ ਹੀ ਰੂਪ ਹੋ ਗਏ। ਚਰਨ ਘੁੱਟ ਕੇ ਫੜ ਲਏ ਆਪਣੇ ਧਿਆਨ ਦੇ ਵਿੱਚ। ਤੇ ਜਿਹੜੇ ਪਾਦ ਸੇਵਨ ਚਰਨਾਂ ਦੀ ਸੇਵਾ ਕਰਦੇ ਨੇ, ਅੱਠੇ ਪੈਰ ਪਰਮੇਸ਼ਰ ਜੀ ਦੇ ਅਥਵਾ ਸਤਿਗੁਰਾਂ ਦੇ ਚਰਨਾਂ ਕਮਲਾਂ ਦਾ ਧਿਆਨ ਧਾਰਨ ਕਰਕੇ ਰੱਖਦੇ ਹਨ। ਕੈ
संतन के चरण पखारे। ਪਹਿਲਾ ਤਰੀਕਾ ਕੀ ਹੈ ਵੀ ਧਿਆਨ ਧਾਰਨਾ, ਸਤਿਗੁਰਾਂ ਦੇ ਪਰਮੇਸ਼ਰ ਜੀ ਦੇ ਚਰਨਾਂ ਦਾ ਧਿਆਨ ਧਾਰਨਾ। ਦੂਜਾ ਤਰੀਕਾ ਹੈ ਜਿਹੜੇ ਸੰਤ ਜਨ ਨੇ ਜਾਂ ਸਤਿਗੁਰ ਜੀ ਨੇ ਜੇ ਸਰਗੁਣ ਰੂਪ ਦੇ ਵਿੱਚ ਨੇ, ਉਹਨਾਂ ਦੇ ਪਾਵਨ ਪਵਿੱਤਰ ਚਰਨਾਂ ਨੂੰ ਪੁਖਾਰਨਾ, ਉਹਨਾਂ ਦੇ ਚਰਨਾਂ ਨੂੰ ਧੋਣਾ, ਚਰਨਾਮ੍ਰਿਤ ਲੈ ਕੇ ਉਹਦੀ ਪ੍ਰਾਪਤੀ ਕਰਨੀ। ਸ਼ਰਧਾ ਤੇ ਚਰਨਾਮ੍ਰਿਤ ਧਾਰੇ। ਤੇ ਸ਼ਰਧਾ ਦੇ ਨਾਲ ਚਰਨਾਮ੍ਰਿਤ ਧਾਰਨ ਕਰਨਾ ਉਹਨਾਂ ਦਾ, ਇਹ ਪਾਦ ਸੇਵਨ ਭਗਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਵੀ ਕਥਨ ਕਰਦੇ ਨੇ, ਫਰਮਾਨ ਕਰਦੇ ਹਨ, ਚਰਨ ਪਖਾਰ ਕਰੋ ਗੁਰ ਸੇਵਾ। ਮਹਾਰਾਜ ਜੀ ਦੇ ਚਰਨ ਪਖਾਰ ਕੇ ਧੋ ਕੇ ਮੈਂ ਗੁਰੂ ਸਾਹਿਬ ਦੀ ਸੇਵਾ ਕਰਦਾ ਹਾਂ। ਇਹ ਪਾਦ ਸੇਵਨ ਭਗਤੀ ਹੈ। ਤੇ ਗੁਰਮੁਖ ਜਨ ਇਹ ਵੀ ਭਗਤੀ ਕਰਦੇ ਨੇ, ਧਿਆਨ ਵੀ ਧਾਰਦੇ ਨੇ ਚਰਨਾਂ ਦਾ। ਚਿਤ ਚਰਨ ਨਾਮ, ਗੁਰੂ ਕਲਗੀਧਰ ਜੀ ਕਹਿੰਦੇ ਨਾਮ ਹੀ ਪ੍ਰਭੂ ਦੇ ਚਰਨ ਨੇ ਜਿਨ੍ਹਾਂ ਨੂੰ ਅਸਾਂ ਚਿੱਤ ਵਿੱਚ ਧਾਰਿਆ। ਸਤਿ ਸ੍ਰੀ ਅਕਾਲ। ਨਾਮ ਰੂਪੀ ਚਰਨ ਗੁਰਮੁਖਾਂ ਨੇ ਹਿਰਦੇ ਵਿੱਚ ਧਾਰਨ ਕਰਕੇ ਉਹਨਾਂ ਦਾ ਧਿਆਨ ਧਾਰਨ ਕੀਤਾ ਹੈ। ਤੇ ਜਿੱਥੇ ਨਾਮ ਰੂਪੀ ਚਰਨ ਹਿਰਦੇ ਵਿੱਚ ਧਾਰੇ ਨੇ, ਉਥੇ ਹੱਥਾਂ ਦੇ ਨਾਲ ਵੀ ਉਹ ਸੇਵਾ ਕਰਦੇ ਨੇ। ਸੰਤ ਜਨ ਹੋਵਣ, ਗੁਰੂ ਕੇ ਸਿੱਖ ਹੋਵਣ, ਸਤਿਗੁਰ ਜੀ ਹੋਵਣ, ਭਾਉ ਦੇ ਨਾਲ ਉਹਨਾਂ ਦੀ ਸੇਵਾ ਕਰਦੇ ਨੇ। ਇਹ ਜਿਹੜੀ ਚੌਥੀ ਜਿਹੜੀ ਭਗਤੀ ਹੈ, ਪਾਦ ਸੇਵਨ ਭਗਤੀ। ਇਸ ਤੋਂ ਬਾਅਦ 5 ਪ੍ਰਕਾਰ ਦੀ ਭਗਤੀ ਹੋਰ ਹੈ। ਮਹਾਰਾਜ ਸੱਚੇ ਪਾਤਸ਼ਾਹ ਦਇਆ ਕਰਨਗੇ, ਸਿੱਖਾਂ ਨੂੰ ਉਸ ਭਗਤੀ ਦੇ ਪ੍ਰਥਾਏ ਵੀ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਗੇ। ਫਿਰ ਪ੍ਰੇਮਾ ਭਗਤੀ ਕੀ ਹੁੰਦੀ ਹੈ, ਉਹਦੇ ਲੱਛਣ ਕੀ ਹੁੰਦੇ ਨੇ, ਪਰਾ ਭਗਤੀ ਕੀ ਹੁੰਦੀ ਹੈ, ਉਹਦੇ ਲੱਛਣ ਕੀ ਨੇ, ਇਹ ਕੱਲ ਦੇ ਦੀਵਾਨਾਂ ਵਿੱਚ ਆਪ ਜੀ ਸਤਿਗੁਰਾਂ ਦੀ ਅੰਮ੍ਰਿਤ ਕਥਾ ਨੂੰ ਸਰਵਣ ਕਰੋਗੇ। ਗੁਰਦੇਵ ਜੀ ਸਾਡੇ ਸਾਰਿਆਂ ਤੇ ਦਇਆ ਕਰਨ, ਰਹਿਮਤ ਕਰਨ। ਸਤਿਗੁਰਾਂ ਦਾ ਅੰਮ੍ਰਿਤ ਉਪਦੇਸ਼ ਸਾਡੇ ਹਿਰਦਿਆਂ ਵਿੱਚ ਆਵਸੇ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੈ ਮੇਲੇ। ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਜਿਹੇ ਸੇਵਕ ਜਾਣ ਕਰਕੇ ਖਿਮਾ ਕਰਨੀ, ਅਸੀਸਾਂ ਦੇਣੀਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਇਆ ਕਰਕੇ ਇਸੇ ਤਰ੍ਹਾਂ ਆਪਣੇ ਦਰ ਦੀ ਸੇਵਾ ਜਿਹੜੀ ਪ੍ਰਾਪਤ ਕਰਦੇ ਰਹਿਣ, ਲੈਂਦੇ ਰਹਿਣ। ਇਹ ਆਪ ਜੀ ਨੇ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਰਨੀ ਜੀ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ। ਨਾਨਕ ਚਾਉ ਇਹੋ, ਨਾਨਕ ਚਾਉ ਇਹੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।